ਚੌਥੜੀ ਲਾਭ ਮਨ ਸਹਿਜ ਪਿਆ। ਹਰ ਪਾਇਆ ਬਲਰਾਮ ਜੀਓ, ਗੁਰਮੁਖ ਮਿਲਿਆ ਸੁਪਾਏ। ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ। ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ। ਅਣ ਦਿਨ ਹਰ ਲਿਵ ਲਾਈ, ਮਨ ਚੰਦਿਆ ਫਲ ਪਾਇਆ ਸੁਆਮੀ। ਹਰ ਨਾਮ ਵਜੀਵਾ ਦਾਈ। ਹਰ ਪ੍ਰਭ ਠਾਕਰ ਕਾਜ ਰਚਾਇਆ, ਤਨ ਹਿਰਦੈ ਨਾਮ ਵਿਗਾਸੀ। ਜਨ ਨਾਨਕ ਬੋਲੇ ਚੌਥੀ ਲਾਵੈ, ਹਰ ਪਾਇਆ ਪ੍ਰਭ ਅਵਨਾਸੀ। ਹਰ ਚੌਥੜੀ ਲਾਭ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਬਛਲ ਦੀਨਾ ਬੰਧੂ, ਅਨਾਥ ਨਾਥੇ ਰਾਜਾਨ ਰਾਜ ਭਾਨਾਨ ਪਾਨ। ਦੇਵਾਨ ਦੇਵ ਉਪਮਾ ਮਹਾਨ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਜਲਦੇ ਬਲਦੇ ਸੰਸਾਰ ਨੂੰ ਠਾਰਨ ਵਾਲੇ, ਤਪਦਿਆਂ ਕੜਾਹਿਆਂ ਨੂੰ ਬੁਝਾਉਣ ਵਾਲੇ, ਰੀਠਿਆਂ ਨੂੰ ਮਿੱਠੇ ਕਰਨ ਵਾਲੇ, ਹੰਕਾਰੀਆਂ ਦਾ ਹੰਕਾਰ ਮਿਟਣ ਵਾਲੇ, ਜ਼ੁਲਮੀ ਅਤਿਆਚਾਰੀ ਰਾਜਿਆਂ ਦਾ ਜ਼ੁਲਮ ਰੋਕਣ ਵਾਲੇ ਐਸੇ ਪਰਉਪਕਾਰੀ ਸਤਿਗੁਰੂ ਸਾਹਿਬ ਜੀ ਸੰਸਾਰ ਤੇ ਆਏ। ਨਿਰੰਕਾਰ ਦਾ ਮੁਕੰਮਲ ਰੂਪ 10 ਸਰੂਪ ਧਾਰੇ। 10ਵਾਂ ਜਾਮਾ ਸ਼ਮਸ਼ੇਰ ਬਹਾਦਰ ਪੁੱਤਰਾਂ ਦੇ ਦਾਨੀ, ਖਾਲਸੇ ਦੇ ਬਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਸਮੇਸ਼ ਪਿਤਾ ਜੀ ਦਾ ਧਾਰਿਆ। ਉਹਨਾਂ ਨੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੀ ਪਾਵਨ ਔਰ ਪਵਿੱਤਰ ਧਰਤੀ, ਆਪ ਜੀ ਦਾ ਪ੍ਰਾਚੀਨ ਯੁਗ ਆਦ ਸੋ ਤਪ ਅਸਥਾਨ, ਉਸ ਪਾਵਨ ਧਰਤੀ ਤੇ ਵਾਪਸ ਆਏ, ਚਰਨ ਪਾਏ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਪੂਰੇ ਪੰਥ ਨੂੰ, ਸਿੱਖ ਜਗਤ ਨੂੰ ਔਰ ਸੰਸਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੋ ਅੰਚਲ ਭਾਵ ਪੱਲਾ ਫੜਾਇਆ। ਉਹਨਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਕਿਰਪਾ ਤੋਂ ਪਰਸੋਂ ਰੋਜ਼ ਤੋਂ ਇਹ ਪਾਵਨ ਗੁਰਬਾਣੀ ਲਾਵਾਂ ਦੀ ਸੂਹੀ ਰਾਗ ਦੇ ਵਿੱਚ ਇਸ ਦੀ ਕਥਾ ਆਰੰਭ ਹੈ। ਪਹਿਲੋਂ ਗੁਰੂ ਨਾਨਕ ਸਿੰਘ ਗੁਰਦੁਆਰਾ ਸਰੀ, ਫਿਰ ਗੁਰਦੁਆਰਾ ਕਲਗੀਧਰ ਦਰਬਾਰ ਐਬਟਸਵਿਡ ਵਿਖੇ, ਤੇ ਹੁਣ ਮਹਾਂਪੁਰਖ ਬਾਬਾ ਨੰਦ ਸਿੰਘ ਸਾਹਿਬ ਜੀ, ਬਾਬਾ ਈਸ਼ਰ ਸਿੰਘ ਜੀ, ਬਾਬਾ ਗੁਰਦੇਵ ਸਿੰਘ ਜੀ, ਐਸੇ ਜਪੀ ਤਪੀ ਮਹਾਨ ਗੁਰਸਿੱਖਾਂ ਦੀ ਕਮਾਈ ਬਰਕਤ ਸਦਕਾ ਇਹ ਜੋ ਕਮਲਵਤ ਇਹ ਅਸਥਾਨ ਖਿੜੇ ਹੋਇਆ। ਸੋ ਇਸ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ, ਭਗਤੀ ਦੇ ਘਰ ਵਿਖੇ ਸੋ ਇਹ ਗੁਰਬਾਣੀ ਦੀ ਕਥਾ ਸੰਪੂਰਨ ਕਰਨ ਵਾਸਤੇ ਸੋ ਇਸ ਸੇਵਾ ਦੁਆਰਾ ਆਪ ਸਾਧ ਸੰਗਤ ਜੀ ਦੇ ਜੋੜੇ ਝਾੜਨ ਵਾਸਤੇ ਦਾਸ ਹਾਜ਼ਰ ਹੋਇਆ। ਸਤਿਗੁਰੂ ਜੀ ਕਿਰਪਾ ਕਰਨ। ਸੋ ਜਿਸ ਤਰੀਕੇ ਦੇ ਨਾਲ 3 ਹੀ ਦਿਨ 2 ਭਾਸ਼ਾਵਾਂ ਦੇ ਵਿੱਚ ਇਹ ਕਥਾ ਹੋਈ। ਸੋ ਭਾਵ ਪਹਿਲੀ ਤਾਂ ਜੋ ਗੁਰਮੁਖੀ ਪੰਜਾਬੀ ਸੋ ਸਾਡੀ ਮਾਂ ਬੋਲੀ, ਤੇ ਦੂਸਰਾ ਅੰਗਰੇਜ਼ੀ ਦੇ ਵਿੱਚ ਵੀ ਸੋ ਨਾਲ ਇਸ ਦੀ ਕਥਾ ਵਿਚਾਰ ਹੋਈ। ਮੁੱਖ ਕਾਰਨ ਇਸ ਦਾ ਇਹ ਹੈ ਕਿ ਗੁਰੂ ਨਾਨਕ ਸਾਹਿਬ ਜੀ ਵੀ ਸੋ ਜਿੱਥੇ ਜਿੱਥੇ ਜਾਂਦੇ ਸੀ ਉਹਨਾਂ ਦੀ ਭਾਸ਼ਾ ਅਨੁਸਾਰ ਸੋ ਗਰੀਬ ਨਵਾਜ਼ ਜੀ ਉਪਦੇਸ਼ ਕਰਦੇ ਸਨ। ਗੁਰਬਾਣੀ ਦੇ ਵਿੱਚ ਅਨੇਕਾਵਾਂ ਭਾਸ਼ਾ ਦਾ ਸੋ ਬੋਲੀਆਂ ਦਾ ਮੁਜੱਸਮਾ ਇਕੱਤਰਤ ਹੈ, ਔਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਾਣੀ ਵਿੱਚ ਉਸ ਤੋਂ ਵੀ ਪਰੇ ਕ੍ਰਮ ਦੇ ਵਿੱਚ ਭਾਸ਼ਾਵਾਂ ਦਾ ਜ਼ਿਕਰ ਔਰ ਵਰਤੋਂ ਹੈ। ਪੰਜਾਬੀ ਬਹੁਤ ਘੱਟ, ਪੰਜਾਬੀ ਦਾ ਇੱਕੋ ਹੀ ਸ਼ਬਦ ਸੋ ਆਮ ਪ੍ਰਚਲਿਤ ਹੈ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਪਰ ਉਸ ਤੋਂ ਇਲਾਵਾ ਮਹਾਰਾਜ ਸਾਹਿਬ ਜੀ ਨੇ ਸੋ ਕਈ ਭਾਸ਼ਾਵਾਂ ਦਾ ਪ੍ਰਯੋਗ ਕੀਤਾ। ਇਹ ਜੋ ਗੁਰਬਾਣੀ ਲਾਵਾਂ ਸੋ ਇਸ ਦੀ ਕਥਾ ਕਰਨ ਦਾ ਕਾਰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਗੁਰਪੁਰਬ ਕੱਤਕ ਵਦੀ ਦੂਜ ਵਾਲੇ ਦਿਨ ਸੋ ਮਨਾਇਆ ਜਾਂਦਾ ਹੈ। ਤੇ ਸਾਧ ਸੰਗਤ ਜੀ, ਕੱਤਕ ਵਦੀ ਦੂਜ ਦਾ ਭਾਵ ਇਹ ਹੈ ਜੋ ਮੋਟੇ ਢੰਗ ਦੇ ਨਾਲ ਲੈਣਾ, ਬਰੀਕੀਆਂ ਦੇ ਵਿੱਚ ਨਾ ਜਾਣ ਤੋਂ ਬਿਨਾਂ ਕੱਤਕ ਦੀ ਪੂਰਨਮਾਸ਼ੀ ਤੋਂ 2 ਦਿਨ ਬਾਅਦ ਦੇ ਵਿੱਚ ਸੋ ਬੇਸ਼ੱਕ ਜੋ ਪ੍ਰਚਲਿਤ ਜੋ ਹੋ ਗਿਆ ਹੈ
ਉਸ ਦੇ ਅਨੁਸਾਰ ਕਿਸੇ ਵੀ ਦਿਨ ਮਨਾਇਆ ਜਾਂਦਾ। ਪਰ ਜੇ ਮਹਾਰਾਜ ਜੀ ਦਾ ਗੁਰਪੁਰਬ ਕੱਤਕ ਵਦੀ ਦੂਜ ਇਤਿਹਾਸ ਦੇ ਗ੍ਰੰਥਾਂ ਵਿੱਚ ਦਰਜ ਆ ਤੇ ਫਿਰ ਇਹ ਠੀਕ ਹੀ ਆ ਨਾ ਕਿ ਜੋ ਸੰਪਰਦਾਵਾਂ ਆਦਿਕ ਮਹਾਂਪੁਰਸ਼ ਸਤਿਕਾਰਯੋਗ ਹਨ ਉਹ ਪੂਰਨਮਾਸ਼ੀ ਤੋਂ 2 ਦਿਨ ਬਾਅਦ ਹੀ ਮਨਾਉਂਦੇ ਆ। ਸੋ ਸੱਚੇ ਪਾਤਸ਼ਾਹ ਜੀ ਦਾ ਗੁਰਪੁਰਬ ਕੱਤਕ ਦੇ ਮਹੀਨੇ ਦੇ ਵਿੱਚ ਹੋਇਆ। ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਪੁਰਬ ਹੁੰਦਾ ਔਰ ਪੋਹ ਦੇ ਮਹੀਨੇ ਦੇ ਵਿੱਚ ਪੋਹ ਸੁਦੀ ਸਪਤਮੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਅਵਤਾਰ ਹੁੰਦਾ। ਇਹ ਦੋਨੋਂ ਹੀ ਮਹੀਨੇ ਸੋ ਜੋ ਕੈਲੰਡਰ ਹੈ, ਵਰਸ਼ ਹੈ, ਇਸ ਦੇ ਵਿੱਚ ਇਹਨਾਂ ਨੂੰ ਅਸ਼ੁਭ ਮੰਨਿਆ ਜਾਂਦਾ ਸੀ ਤੇ ਇਹਨਾਂ ਦੇ ਵਿੱਚ ਜਨਮ ਲੈਣ ਵਾਲੇ ਬਾਲਕ ਵਾਸਤੇ ਕਾਰਤਿਕ ਸੋ ਦੋਸ਼ ਨਿਵਰਤੀ ਯੱਗ ਆਦਿਕ ਉਪਾਏ ਸੋ ਬ੍ਰਾਹਮਣ ਦੱਸਦੇ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੋ ਧੁਰ ਤੋਂ ਹੀ ਇਹ ਟੀਚਾ ਲੈ ਕੇ ਆਏ ਸੀ ਕਿ ਨੀਚ ਹੈ ਊਚ ਕਰੇ ਤੇ ਉਹਨਾਂ ਨੇ ਮਹੀਨੇ ਵੀ ਇਹਨਾਂ ਸਾਰਿਆਂ ਨੂੰ ਬਰਾਬਰਤਾ ਦਿੱਤੀ ਔਰ ਇੰਨੀ ਮਹਾਨਤਾ ਦਿੱਤੀ। ਸੋ ਸਾਡੇ ਗੁਰੂ ਸਾਹਿਬਾਨਾਂ ਦੇ ਗੁਰਪੁਰਬ ਇਹਨਾਂ ਮਹੀਨਿਆਂ ਵਿੱਚ ਆਏ। ਇਹ ਹਮੇਸ਼ਾ ਹੀ ਵਾਸਤੇ ਸਿੱਖ ਜਗਤ ਦੇ ਵਿੱਚੋਂ ਇਹੋ ਜਿਹੇ ਵਹਿਮ ਭਰਮ ਕੱਢ ਦਿੱਤੇ। ਸੋ the vichar of the lama that we have done, it has come to the third lam। ਤੀਜੀ ਲਾਮ ਤੱਕ ਕਥਾ ਪੂਰੀ ਹੋ ਗਈ ਆ। ਸੰਖੇਪ ਦੇ ਵਿੱਚ ਲਾਮਾ ਦੀ ਉਥਾਨਿਕਾ ਇਹ ਸੀ ਕਿ ਬ੍ਰਾਹਮਣ ਦੇ ਜਾਲ ਵਿੱਚੋਂ ਸਿੱਖ ਨੂੰ ਕੱਢਣ ਵਾਸਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਪਾਸ ਇੱਕ ਗਰੀਬ ਸਿੱਖ ਆਇਆ। ਕਹਿਣ ਲੱਗਾ, ਸੱਚੇ ਪਾਤਸ਼ਾਹ ਜੀ, ਮੇਰੀ ਸੁਪੁੱਤਰੀ ਦਾ ਵਿਵਾਹ ਉਹ ਤੈਅ ਕੀਤਾ ਗਿਆ, ਸਾਹਾ ਬੰਨਿਆ ਸੀ। The engagement was done and it has come to the day of marriage। ਅੱਜ ਵਿਆਹ ਵਾਲਾ ਦਿਨ ਆ ਤੇ ਬ੍ਰਾਹਮਣ ਨਾਲ ਸਾਡੀ 50 ਰੁਪਏ ਦੀ ਗੱਲ ਹੋਈ ਸੀ। ਐਨ ਮੌਕੇ ਤੇ 50 ਹੋਰ ਮੰਗ ਰਿਹਾ। ਮੇਰੇ ਪਾਸ ਇਹ ਸ਼ਕਤੀ ਨਹੀਂ, ਇਹ ਸਮਰੱਥਾ ਨਹੀਂ ਕਿ ਮੈਂ ਉਹਨੂੰ ਦੇ ਸਕਾਂ। ਇਤਿਹਾਸਿਕ ਪੱਖ ਤੋਂ from a historical side we have to remember that the city of ਅੰਮ੍ਰਿਤਸਰ was new। ਅੰਮ੍ਰਿਤਸਰ ਦਾ ਵਸੇਬਾ ਨਵਾਂ ਸੀ ਤੇ ਆਪਾਂ ਵੀ ਜੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਈਏ ਜਾਂ ਦੇਸ਼ ਬਦਲੀਏ, ਸਭ ਕੁਝ ਨਵੇਂ ਤੌਰ ਤੇ ਹੁੰਦਾ ਆ। ਇਸੇ ਤਰੀਕੇ ਦੇ ਨਾਲ ਸ਼ਰਧਾ ਵਾਲੇ ਜਿਹੜੇ ਸਿੱਖ ਸੀਗੇ ਉਹ ਅੰਮ੍ਰਿਤਸਰ ਸਾਹਿਬ ਆਏ ਔਰ ਸ਼ੁਰੂਆਤ ਤੋਂ ਦੁਬਾਰਾ ਆਪਣੀ ਜ਼ਿੰਦਗੀ ਨੂੰ ਗੁਰੂ ਚਰਨਾਂ ਦੇ ਵਿੱਚ, ਗੁਰੂ ਨਗਰੀ ਦੇ ਵਿੱਚ ਸੋ ਉਹਨਾਂ ਨੇ ਸਥਿਤ ਕੀਤਾ। ਤੇ ਉਹ ਸਿੱਖ ਇਸ ਕਰਕੇ ਸੋ ਕੁਝ ਗਰੀਬੀ ਦਾ ਸਮਾਂ ਉਸ ਪਰ ਚੱਲ ਰਿਹਾ ਸੀ। ਮਹਾਰਾਜ ਸਾਹਿਬ ਨੇ ਉਸ ਵੇਲੇ ਰਾਮਸਰ ਦੇ ਪਾਵਨ ਤੱਟ ਤੋਂ ਜਿਸ ਤੱਟ ਨੂੰ ਹਮੇਸ਼ਾ ਹੀ ਸਜਦੇ ਕਰਦੇ ਰਹੀਏ, ਜਿੱਥੇ ਸੁਖਮਣੀ ਸਾਹਿਬ ਸੋ 24 ਘੰਟਿਆਂ ਨੂੰ ਸਫਲ ਕਰਨ ਵਾਲੀ ਗੁਰਬਾਣੀ ਆਦਿਕ ਹੋਰ ਅਨੇਕਾਂ ਬਾਣੀਆਂ ਰਾਮਸਰ ਦੇ ਪਾਵਨ ਤੱਟ ਤੋਂ ਹੀ ਉਚਾਰੀਆਂ ਗਈਆਂ। ਚੌਥੇ ਜਾਮੇ ਵਿੱਚ, ਪੰਜਵੇਂ ਜਾਮੇ ਦੇ ਵਿੱਚ ਵੀ। ਔਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਉਸ ਵੇਲੇ ਇਹ 4 ਲਾਵਾਂ ਉਚਾਰੀਆਂ। ਨਾਲ ਨਾਲ ਉਹ ਸਿੱਖ ਦਾ ਸੋ ਜਵਾਈ ਤੇ ਉਸ ਦੀ ਸਪੁੱਤਰੀ, ਉਹਨਾਂ ਨੇ ਗੁਰੂ ਮਹਾਰਾਜ ਜੀ ਦੀ ਸਰੀਰ ਦੀ ਪਰਿਕਰਮਾ ਕੀਤੀਆਂ ਤੇ ਇਹ ਲਾਵਾਂ ਦਾ ਪ੍ਰਕਰਨ ਸੱਚੇ ਪਾਤਸ਼ਾਹ ਜੀ ਨੇ ਆਰੰਭ ਕੀਤਾ। ਗੁਰਸਿੱਖੀ ਦਾ ਕੋਈ ਵੀ ਕਾਰਜ ਹੋਵੇ, ਉਹ ਜਨਮ ਦਾ ਹੋਵੇ, ਮਰਨ ਦਾ ਹੋਵੇ, ਵਿਵਾਹ ਦਾ ਹੋਵੇ, ਮਹਾਰਾਜ ਜੀ ਜਿੱਥੇ ਇਸ ਸੰਸਾਰ ਦੇ ਵਿਵਹਾਰਿਕ ਕਾਰਜ ਨੂੰ ਸਿੱਧ ਕਰਦੇ ਆ, ਉੱਥੇ ਪਰਮਾਰਥ ਨੂੰ। So even if it appears on a superficial or material level that Guru Sahib is talking about something that is physical, that is worldly, there is always a deeper meaning। So ਜਿੱਥੇ ਲਾਮ ਦਾ ਭਾਵ ਪਰਿਕਰਮਾ ਹੈ ਔਰ ਪਰਿਕਰਮਾ ਇਹ ਸੰਕੇਤਕ ਹੈ ਕਿ ਗੁਰ ਸ਼ਬਦ ਸਾਡੇ ਜੀਵਨ ਦਾ ਆਧਾਰ ਆ। ਸ਼ਬਦ is the center of our life। That's why we revolve around it, go around it during the Anand Karaj ceremony। ਉੱਥੇ ਲਾਮ ਸ਼ਬਦ ਦਾ ਅਰਥ ਭੂਮਿਕਾ ਅਥਵਾ ਅਵਸਥਾ ਵੀ ਹੈ, spiritual state। And Guru Maharaj Ji through the Lama they go through each state। So ਪਹਿਲੀ ਲਾਮ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਕਥਨ ਕੀਤਾ ਪ੍ਰਵਿਰਤੀ ਕਰਮਾਂ ਦਾ। ਪ੍ਰਵਿਰਤੀ ਕਰਮ are ਨਿਸ਼ਕਾਮ ਕਰਮ, the selfless deeds, the actions that have been prescribed by ਸਤਿਗੁਰੂ ਸਾਹਿਬ ਜੀ, ਜੋ ਸਾਡੇ ਕਰਨ ਵਾਸਤੇ ਕਰਮ ਹਨ। ਸੋ ਅਜੋਕੇ ਸਮੇਂ ਵਿੱਚ ਕਰਮਕਾਂਡ ਸ਼ਬਦ ਨਾਲ ਸਾਨੂੰ ਐਲਰਜੀ ਹੋਈ ਜਾਂਦੀ ਆ। ਜਿਹੜਾ ਨਾਮ, ਦਾਨ, ਇਸ਼ਨਾਨ, ਇਹ ਸਾਰੇ ਵੀ ਤਾਂ ਕਰਮਕਾਂਡ ਆ। ਚੁਣ ਚੁਣ ਕੇ ਗਰੀਬ ਨਵਾਜ ਜੀ ਨੇ ਸਾਡੇ ਵਾਸਤੇ ਜਿਹੜੇ ਕਰਮ ਸਨ ਉਹ ਰੱਖੇ ਕਿ ਇਹ ਕਰਨੇ ਔਰ ਨਹੀਂ ਕਰਨੇ, ਤੇ ਇਹਨਾਂ ਦੀ ਰੂਪ ਰੇਖਾ ਬਣਾ ਕਰਕੇ ਇਹਨਾਂ ਦਾ ਨਾਮ ਦੱਸ ਦਿੱਤਾ ਰਹਿਤ ਮਰਿਆਦਾ। ਸੋ ਇਹ ਪਹਿਲੀ ਲਾਮ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ। ਦੂਸਰੀ ਲਾਮ ਵਿੱਚ ਪ੍ਰਕਰਨ ਇਹ ਚੱਲਿਆ
ਕਿ ਗੁਰੂ ਪੂਰਿਆਂ ਦੇ ਨਾਲ ਜਦੋਂ ਮਿਲਾਪ ਹੁੰਦਾ ਤੇ ਉਹ ਮਿਲਾਪ ਕਿਵੇਂ ਹੋਣਾ, ਉਹਦੇ ਵਿੱਚ ਇਹਦਾ ਜੁਗਤੀ ਸੋ ਸਪਸ਼ਟ ਕੀਤੀ ਕਿ ਨਿਰਭਉ ਭੈ ਮਨ ਹੋਏ। ਜਿਹੜਾ ਨਿਰਭਉ ਕੌਣ ਹੈ? ਵਾਹਿਗੁਰੂ। ਓਨਲੀ ਵਾਹਿਗੁਰੂ ਇਨ ਦਿਸ ਵਰਲਡ ਇਜ਼ ਵਿਦਆਊਟ ਫੇਅਰ। ਤੇ ਉਹਦਾ ਭੈ ਆਪਣੇ ਮਨ ਵਿੱਚ ਟਿਕਾ ਲਵੋ ਤੇ ਫਿਰ ਸਤਿਗੁਰੂ ਪੂਰਿਆਂ ਦੇ ਨਾਲ ਮਿਲਾਪ ਹੋ ਹੀ ਜਾਣਾ ਸੁਭਾਵਿਕ ਆ। ਤੀਸਰੀ ਲਾਮ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਇਹ ਉਪਦੇਸ਼ ਦਿੱਤਾ ਕਿ ਇਹ ਮਨ ਵਿੱਚ ਕਿਹੋ ਜਿਹੀ ਉਮੰਗ, ਕਿਹੋ ਜਿਹੀ ਤੜਕ, ਕਿਹੋ ਜਿਹਾ ਵਿਰਾਗ ਉਤਪੰਨ ਹੁੰਦਾ, ਔਰ ਇਹ ਵਿਰਾਗ ਦੀ ਹੀ ਬਰਕਤ ਸਾਰੀ ਸੋ ਗੁਰਸਿੱਖੀ ਹੈ। ਗੁਰਸਿੱਖੀ ਦਾ ਨਤੀਜਾ, ਗੁਰਸਿੱਖੀ ਦਾ ਟੀਚਾ, ਪਾਤਸ਼ਾਹ ਦਾ ਪਰਮ ਪ੍ਰਯੋਜਨ ਸੋ ਸਾਰਾ ਇਹ ਵਿਰਾਗ ਤੋਂ ਹੀ ਜਗਦਾ। ਜਿਹੜੀਆਂ ਗਿਆਨ ਦੀਆਂ ਪੁਸਤਕਾਂ ਜਿਨ੍ਹਾਂ ਨੂੰ ਛੋਟੇ ਗ੍ਰੰਥ, ਕਥਾ ਵਾਲੇ ਗ੍ਰੰਥ ਵੀ ਕਿਹਾ ਜਾਂਦਾ, ਉਹਨਾਂ ਵਿੱਚ ਵੀ ਇੱਥੋਂ ਹੀ ਆਰੰਭ ਹੁੰਦਾ, ਸ਼ੁਭ ਇੱਛਾ ਸ਼ੁਭ ਵਿਚਾਰਨਾ ਤਨੋ ਮਾਨਸਾ ਸੋ ਹੋਏ। ਸ਼ੁਭ ਇੱਛਾ, this positive desire. In Japji Sahib it says, ਇੱਕ ਦੂ ਜੀਭੋ ਲੱਖ ਹੋਵੇ ਲੱਖ ਹੋਵੇ ਲੱਖ 20। ਇੰਨੀਆਂ ਮਾਲਿਕ ਮੇਰੀਆਂ ਜੀਭਾਂ ਕਰ ਦੇਵੋ, ਇੱਕ ਨਾ ਹੋਣ ਬਹੁਤੀਆਂ ਦੇ ਨਾਲ ਪਰਮੇਸ਼ਰ ਮੈਂ ਤੇਰਾ ਨਾਮ ਜਪਾਂ। ਇਹ ਸ਼ੁਭ ਇੱਛਾ ਹੈ। ਤੇ ਇਹ ਇੱਛਾ ਕਿੱਥੋਂ ਜਾਗਣੀ ਆ? ਉਹ ਬੈਰਾਗ ਦੇ ਵਿੱਚੋਂ। ਕੱਲ ਦੇ ਦੀਵਾਨ ਵਿੱਚ ਆਪਾਂ ਬੈਰਾਗ ਕਿਵੇਂ ਉੱਠਦਾ, ਇਹ ਸੰਸਾਰ ਤੋਂ ਵੀ ਉੱਠ ਸਕਦਾ। ਕਿਵੇਂ ਧਰੂ ਭਗਤ, the Sakhi of Dhruv Bhagat, how he was dragged out of his father's lap। ਕਿਵੇਂ ਧਰੂ ਭਗਤ ਨੂੰ ਉਹਦੀ ਮਤਰੇਈ ਮਾਂ ਨੇ ਸੋ ਆਪਣੇ ਪਿਤਾ ਦੀ ਗੋਦ ਦੇ ਵਿੱਚੋਂ ਬਾਂਹ ਤੋਂ ਫੜ ਕੇ ਘਸੀਟਿਆ। ਇਹ ਆਪਾਂ ਸੁਣਿਆ, ਉਹਨੂੰ ਬੈਰਾਗ ਲੱਗਿਆ। ਸੋ ਜ਼ਿਆਦਾ ਨਾ ਵਿਸਥਾਰ ਵਿੱਚ ਜਾਂਦੇ, ਇਹ ਸੋ ਤੀਸਰੀ ਲਾਮ ਦਾ ਮੁੱਖ ਉਪਦੇਸ਼ ਸੀ ਬੈਰਾਗ, ਤੇ ਬੈਰਾਗ ਤੋਂ ਹੀ ਸਾਰੀ ਪ੍ਰਾਪਤੀ ਹੋਣੀ। ਹੁਣ ਚੌਥੜੀ ਲਾਮ ਜਿਹੜੀ, ਇਹ 4 ਲਾਵਾਂ ਦਾ ਸਾਰਾ ਸੀਕੁਐਂਸ ਆ, ਸੋ ਇਹਨਾਂ ਦੀ ਲੜੀ ਆ, ਇੱਥੇ ਜਾ ਕਰਕੇ ਸਮਾਪਤ ਹੁੰਦੀ ਆ। ਗਰੀਬ ਨਵਾਜ਼ ਜੀ ਕਥਨ ਕਰਦੇ ਆ, ਹਰ ਚੌਥੜੀ ਲਾਭ ਮਨ ਸਹਿਜ ਪਿਆ, ਹਰ ਪਾਇਆ ਬਲਰਾਮ ਜੀਓ। ਚੌਥੜੀ ਲਾਮ ਵਿੱਚ ਮਨ ਸਹਿਜ ਪਿਆ, ਸਹਿਜ ਗਿਆਨ ਪਿਆ। ਸੋ ਸਹਿਜ ਉਸ ਮਨ ਦੇ ਵਿੱਚ ਹੀ ਆ ਸਕਦਾ ਜਿਸ ਮਨ ਦੇ ਕੋਲ ਕੋਈ ਸਹਾਰਾ ਹੋਵੇ। ਸੰਸਾਰ ਦੇ ਵਿੱਚ ਸੋ ਗੱਡੀਆਂ ਨੂੰ ਤੇਜ਼ ਮੰਨਿਆ, ਗੱਡੀਆਂ ਤੋਂ ਫਿਰ ਜਹਾਜ਼ਾਂ ਆਦਿਕਾਂ ਨੂੰ, ਪਰ ਮਨ ਇਹਨਾਂ ਸਾਰਿਆਂ ਤੋਂ ਤੇਜ਼ ਹੈ। ਕਿੱਥੇ ਕਿਹੜੇ ਵੇਲੇ ਚਲ ਜਾਣਾ। ਗੁਰ ਇਤਿਹਾਸ ਵਿੱਚ ਵੀ ਸਾਖੀਆਂ ਹੁੰਦੀਆਂ। ਗੁਰੂ ਨਾਨਕ ਸਾਹਿਬ ਜੀ ਦੇ ਨਾਲ ਸੋ ਉਹ ਨਵਾਜ਼ ਪੜ੍ਹਦੇ ਸੀ, ਉਹਨਾਂ ਦੀ ਸੁਰਤੀ ਕਿਤੇ ਸੀ। ਹੋਰ ਵੀ ਇਹੋ ਜਿਹੀਆਂ ਸਾਖੀਆਂ ਆਉਂਦੀਆਂ। 10ਵੇਂ ਪਾਤਸ਼ਾਹ ਜੀ ਦੇ ਵੇਲੇ ਸਿੱਖਾਂ ਦੇ ਮਨ ਵਿੱਚ ਆਇਆ, ਨੌਟੰਕੀ ਨਾਟਕ ਚੱਲ ਰਿਹਾ ਆ, ਲੀਲਾ ਚੱਲ ਰਹੀ ਹੈ, ਅਸੀਂ ਵੀ ਵੇਖੀਏ। ਉੱਥੇ ਗੈਰ ਹਾਜ਼ਰ ਹਾਜ਼ਰ ਤੇ ਹਾਜ਼ਰ ਗੈਰ ਹਾਜ਼ਰ, ਇਹ ਮਨ ਨੇ ਹਾਜ਼ਰੀ ਲਵਾਉਣੀ ਆ। ਤੇ ਇਹ ਵਿਚਾਰ ਸੋ ਥੋੜ੍ਹੀ ਕੱਲ ਵੀ ਕੀਤੀ ਸੀ, ਸੋ ਅੱਜ ਥੋੜ੍ਹੀ ਹੋਰ ਕਰੀਏ ਕਿ ਮਨ ਸਹਿਜ ਪਿਆ। ਗਿਆਨ ਕੀ ਹੁੰਦਾ? ਸੋ ਗਿਆਨ ਨੂੰ ਸਮਝਣ ਵਾਸਤੇ ਪਹਿਲਾਂ ਅਗਿਆਨ ਨੂੰ ਸਮਝੀਏ। ਅਗਿਆਨ means ignorance in its simplest form, and this ignorance, it has 2 strengths। 2 ਸ਼ਕਤੀਆਂ ਹੁੰਦੀਆਂ ਅਗਿਆਨ ਦੀਆਂ, ਇੱਕ ਅਸੱਤਾਪਾਦ ਤੇ ਇੱਕ ਅਪਾਨਾਪਾਦ। ਅਸੱਤਾਪਾਦ ਇਹ ਹੁੰਦੀ ਆ ਕਿ ਪਰਮੇਸ਼ਰ ਹੈ ਹੀ ਨਹੀਂ। ਬਹੁਤ ਦੁਨੀਆ ਇੱਦਾਂ ਦੀ ਵਸਦੀ ਆ, there is lots of people that think God simply does not exist। ਹੁਣ ਚਲੋ ਆਪਾਂ ਇਹਨੂੰ ਵੀ ਨਿਵਰਤ ਕਰ ਲੈਂਦੇ ਹਾਂ ਕਿ ਮੰਨ ਲੈਂਦੇ ਕਿ ਰੱਬ ਹੈਗਾ। ਦੂਸਰੀ ਅਗਿਆਨ ਦੀ ਕਿਹੜੀ ਸ਼ਕਤੀ ਆ? ਉਹ ਹੈ ਅਪਾਨਾਪਾਦ। ਅਪਾਨਾਪਾਦ ਤੋਂ ਇਹ ਭਾਵ ਹੈ ਕਿ ਜੇ ਰੱਬ ਹੈ ਮੈਨੂੰ ਪ੍ਰਤੀਤ ਹੁੰਦਾ ਹੀ ਨਹੀਂ। ਜੇ ਰੱਬ ਹੈ ਉਹ ਆਪਣੀ ਹੋਂਦ ਨੂੰ ਵਿਖਾਵੇ ਮੈਨੂੰ, ਤਾਂ ਉਹ ਵੇਖ ਹੀ ਨਹੀਂ ਹੁੰਦਾ। ਗੁਰਬਾਣੀ ਕਹੀ ਤਾਂ ਜਾਂਦੀ ਆ ਕਿ ਉਹ ਸਦ ਵੇਖਦਾ ਸਦ ਸੁਣਦਾ, ਪਰ ਮੈਨੂੰ ਤਾਂ ਕੁਛ ਮਹਿਸੂਸ ਹੀ ਨਹੀਂ ਹੋ ਰਿਹਾ। ਤੇ ਇਹ ਵੀ ਇੱਕ ਕਾਰਨ ਬਣ ਜਾਂਦਾ ਅਗਿਆਨ ਦਾ। ਤੇ ਇਹਨਾਂ ਦੋਵਾਂ ਦੀ ਨਿਵਰਤੀ ਨੂੰ ਹੀ ਗਿਆਨ ਕਹਿੰਦੇ ਆ। ਉਹ ਗਿਆਨ ਪ੍ਰੋਖ ਤੇ ਅਪਰੋਖ ਗਿਆਨ। ਜਿਹੜੀ ਅਸੱਤਾਪਾਦ ਆ ਕਿ ਰੱਬ ਹੈ ਹੀ ਨਹੀਂ, ਉਹ ਇਹ ਹੈ ਪ੍ਰੋਖ ਗਿਆਨ ਕਿ ਜਦੋਂ ਆਪਾਂ ਗੁਰਬਾਣੀ ਦੀ ਕਥਾ ਸੁਣੂਗੇ ਕਿ ਮਾਂ ਦੇ ਗਰਭ ਵਿੱਚ ਭਲਿਆ ਤੈਨੂੰ ਕਿਹਨੇ ਬਚਾਇਆ, ਤੂੰ ਤਾਂ ਪੁੱਠਾ ਲਟਕਦਾ ਸੀ, ਤੂੰ 84 ਲੱਖ ਜੂਨ ਦੇ ਵਿੱਚ ਫਿਰਦਾ ਆਇਆ, ਤੈਨੂੰ ਮੁੜ ਕੇ ਮਨੁੱਖਾ ਜਨਮ ਕਿਹਨੇ ਦਿੱਤਾ। ਸੋ ਇਹ ਮੌਤ ਜਿਹੜੀ ਇੰਨੀ ਭਿਆਨਕ ਆ, ਜਿਹਦੇ ਵਿੱਚ ਜਮ ਹੱਥ ਮਰੋੜ ਲੈਂਦੇ ਆ,
ਬੰਦਾ ਕਹਿੰਦਾ ਮੈਂ ਸਾਕ ਸੰਬੰਧੀਆਂ ਨੂੰ ਬੁਲਾਵਾਂ ਤੇ ਕੋਈ ਬਚਣ ਦਾ ਉਪਾਅ ਨਹੀਂ, ਤੇ ਉਹਦੇ ਵਿੱਚ ਸੱਚੇ ਪਾਤਸ਼ਾਹ ਜੀ ਇੱਕ ਸਹਾਇਤਾ ਕਰ ਸਕਦੇ ਆ। ਇਹ ਸਾਰੀ ਚੀਜ਼ ਸਾਨੂੰ ਗੁਰਬਾਣੀ ਦੀ ਕਥਾ, ਵਿਚਾਰ, ਗੁਰਬਾਣੀ ਦਾ ਪਾਠ ਇਹਦੇ ਵਿੱਚੋਂ ਪ੍ਰਾਪਤ ਹੋ ਜਾਣੀ, ਇਹ ਨਿਵਰਤ ਹੋ ਜਾਣੀ ਆ। ਤੇ ਦੂਜੀ ਚੀਜ਼ ਅਭਾਨਾ ਪਾਦ ਕਿ ਰੱਬ ਪ੍ਰਤੀਤ ਨਹੀਂ ਹੁੰਦਾ। ਇਹ ਤਾਂ ਪਿਆਰਿਓ ਕਮਾਈ ਦੇ ਨਾਲ, ਉਹ ਧੰਨ ਬਾਬਾ ਆਨੰਦ ਸਿੰਘ ਜੀ ਦੀ ਕਮਾਈ ਸੀ ਨਾ, ਜਿਸ ਕਮਾਈ, ਜਿਸ ਭਾਵਨਾ, ਜਿਸ ਸ਼ਰਧਾ ਬਾਬਤ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ ਔਰ ਪ੍ਰਸ਼ਾਦਾ ਛਕਿਆ। ਤੇ ਇਹ ਜਿਹੜੀ ਭਾਵਨਾ ਜਾਂ ਜਿਹੜੀ ਇਹ ਮੰਜ਼ਿਲ ਆ, ਇਹ ਕੇਵਲ ਕਿਤਾਬੀ ਨਹੀਂ, ਜਾਂ ਫਿਰ ਇਹ ਨਹੀਂ ਕਿ ਗੁਰੂ ਮਹਾਰਾਜ ਜੀ ਨੇ ਬਾਬਾ ਜੀ ਵਾਸਤੇ ਕੋਈ ਵੱਖਰਾ ਮਾਰਗ ਚਲਾਇਆ। ਇਹ ਗੁਰਸਿੱਖੀ ਦਾ ਮੰਜ਼ਿਲ, ਗੁਰਸਿੱਖੀ ਦਾ ਰਸਤਾ ਹੀ ਇਹ ਆ। ਸੋ ਇੱਕ ਵਿਚਾਰ ਇਸ ਤੇ ਹੋਰ ਅਸੱਤਾ ਪਾਤ ਤੇ ਅਭਾਨਾ ਪਾਤ ਤੇ, that katha sustains the need of both। ਪਿਛਲਿਆਂ ਸਮਿਆਂ ਦੇ ਵਿੱਚ ਇਹ ਮੰਨਿਆ ਜਾਂਦਾ ਸੀ ਕਿ ਜਿਹੜੀ ਕਥਾ ਆ ਇਹ ਸਿਰਫ ਅਸੱਤਾ ਪਾਦ ਨੂੰ ਨਿਵਰਤ ਕਰਕੇ ਸੋ ਪਰੋਖ ਗਿਆਨ ਬਖਸ਼ ਸਕਦੀ ਆ। ਪਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਦੋਂ ਗੁਰੂ ਕਾਸ਼ੀ ਦਮਦਮਾ ਸਾਹਿਬ ਵਿਖੇ 48 ਸਿੰਘਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਪੜ੍ਹਾਈ, ਉਹ ਵਿਦੇਹ ਮੁਕਤ ਹੋਏ, ਇਹ ਇਤਿਹਾਸ ਮੰਨਦਾ। ਬਾਬਾ ਦੀਪ ਸਿੰਘ, ਭਾਈ ਮਣੀ ਸਿੰਘ ਸਾਹਿਬ ਜੀ ਅਮਰ ਸ਼ਹੀਦ ਆਦਿਕ ਗੁਰਸਿੱਖਾਂ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ। ਤੇ ਭਾਵ ਤਾਂ ਇਹ ਹੋਇਆ ਨਾ ਕਿ ਗੁਰਬਾਣੀ ਦੀ ਕਥਾ ਦੇ ਵਿੱਚ ਇਹੋ ਜਿਹੀ ਸ਼ਕਤੀ ਹੋਵੇਗੀ ਕਿ ਇਹ ਦੋਨੋਂ ਹੀ ਅਗਿਆਨ ਨਾਸ਼ ਹੋ ਜਾਣਗੇ। ਤੇ ਮਨ ਜਦੋਂ ਸਥਿਰ ਹੋ ਜਾਵੇਗਾ, ਇਹ ਗੁਰਬਾਣੀ ਦੇ ਪਾਠ ਵਿੱਚੋਂ, ਗੁਰਬਾਣੀ ਦੇ ਕੀਰਤਨ ਵਿੱਚੋਂ ਵੀ ਪ੍ਰਾਪਤੀਆਂ ਹੋਣਗੀਆਂ। ਸੋ ਇਹ ਵਿਚਾਰ ਚੌਥੀ ਲਾਮ ਦੀ ਇਸ ਪ੍ਰਕਾਰ ਹੈ। ਹਰ ਚੌਥੜੀ ਲਾਭ ਮਨ ਸਹਿਜ ਪਿਆ। ਹਰ ਚੌਥੜੀ ਲਾਭ ਮਨ ਸਹਿਜ ਪਿਆ, ਹਰ ਪਾਇਆ ਬਲ ਰਾਮ ਜੀਓ। ਤੇ ਇਹ ਅਵਸਥਾ ਹੈ ਮਿਲਣ ਦੀ, ਮਿਲਾਪ ਦੀ। ਜਿਹੜੀਆਂ ਉਹ 7 ਭੂਮਿਕਾ ਗਿਆਨ ਵਾਲਿਆਂ ਨੇ ਕਥਨ ਕੀਤੀਆਂ, ਉਹਦੇ ਵਿੱਚ 7ਵਾਂ ਪਦ ਅਵਸਥਾ ਤੱਕ ਜਦੋਂ ਬੰਦਾ ਪਹੁੰਚ ਜਾਂਦਾ, ਉਹਨੂੰ ਬੋਧ ਹੋ ਜਾਂਦਾ ਕਿ ਮੈਂ ਕੀ ਆ, ਪਰਮੇਸ਼ਰ ਕੌਣ ਆ, ਮੈਂ ਤਾਂ ਪਰਮੇਸ਼ਰ ਇੱਕ ਹੀ ਆ। ਬਾਕੀ ਗਾਹਾਂ ਜੀਵਨ ਮੁਕਤੀ ਦੀਆਂ ਅਵਸਥਾ ਚੱਲਦੀਆਂ। ਜਾਂ ਗੁਰਬਾਣੀ ਵਿੱਚ ਤੁਰਿਆ ਸ਼ਬਦ ਆਇਆ, ਸੰਸਕ੍ਰਿਤ ਵਿੱਚ ਇਹਦੇ ਅਰਥ ਤੁਰਿਆ ਦੇ ਚੌਥਾ ਹੀ ਹਨ। ਸੋ ਇਹ ਚੌਥੀ ਭੂਮਿਕਾ ਦਾ ਕਥਨ ਸੱਚੇ ਪਾਤਸ਼ਾਹ ਜੀ ਕਿਸ ਪ੍ਰਕਾਰ ਕਰ ਰਹੇ ਆ। ਹਰ ਪਾਇਆ, ਉਹ ਪਰਮੇਸ਼ਰ ਹੁਣ ਮਿਲ ਗਿਆ। ਔਰ ਬਲ ਰਾਮ ਜੀਓ, ਮੈਂ ਬਲਿਹਾਰੇ ਜਾਂਦਾ। ਆਈ ਐਮ ਅ ਸੈਕਰੀਫਾਈਸ ਟੂ ਦਾ ਰਾਮ। ਤੇ ਰਾਮ ਉਹ ਰਾਮਚੰਦਰ ਦੇਵਤਾ ਨਹੀਂ, ਇੱਕ ਰਾਮ ਦਸ਼ਰਥ का बेटा, एक राम घट घट में बैठा। ਉਹ ਵਿਆਪਕ ਦਾ ਪਰਮੇਸ਼ਰ ਦਾ ਇਜ਼ ਇਨ ਐਵਰੀਵਨ, that permeates in everyone, ਜਿਹੜਾ ਸਾਡੇ ਸਾਰਿਆਂ ਵਿੱਚ ਹਰਕਤ ਕਰਾਉਣ ਵਾਲਾ, ਜਿਸ ਤੋਂ ਬਿਨਾਂ ਅਸੀਂ ਮੁਰਦਾ ਲਾਸ਼ਾਂ ਤੋਂ ਜ਼ਿਆਦਾ ਨਹੀਂ ਹਾਂ। ਸੋ ਐਸੇ ਵਾਹਿਗੁਰੂ ਰਾਮ ਜੀ ਤੋਂ ਵਾਰਨ-ਵਾਰ ਅਸੀਂ ਬਲਿਹਾਰੇ ਜਾਂਦੇ ਹਾਂ। ਗੁਰਮੁਖ ਮਿਲਿਆ ਸੋ ਪਾਏ, ਹਰ ਮਨ ਤਨ ਮੀਠਾ ਲਾਇਆ, ਬਲ ਰਾਮ ਜੀਓ। ਗੁਰਮੁਖ ਮਿਲਿਆ ਸੁਭਾਏ। ਜਿਹੜਾ ਇਹ ਗੁਰਮੁਖ, ਸੋ ਜਿਹੜੇ ਮੁਖੀ ਗੁਰੂ ਸਾਹਿਬ ਆ, ਉਹਨਾਂ ਦੇ ਮਿਲਾਪ ਸੁਭਾਵਿਕ ਹੀ ਮਿਲਾਪ ਹੋ ਗਿਆ। ਔਰ ਮਿਲਾਪ ਹੋਣ ਦੇ ਨਾਲ ਇਹ ਮਨ ਤੇ ਇਹ ਤਨ ਦੋਨਾਂ ਦੇ ਵਿੱਚ ਉਹ ਰਾਜਾ ਸਰੂਪ ਵਾਹਿਗੁਰੂ ਜੀ ਨੇ ਮਿੱਠਾ ਆਪਣਾ ਅੰਮ੍ਰਿਤ ਰਸ ਲਾ ਦਿੱਤਾ। ਇਸ ਤੇ ਵਿਚਾਰ ਆ ਗੁਰਮੁਖ, ਮੁਖੀ ਸਤਿਗੁਰੂ ਸਾਹਿਬ ਜੀ। ਜਿਹੜੇ ਮੁਖੀ ਗੁਰੂ ਸਾਹਿਬ ਜੀ ਨੇ ਫਿਰ ਜੋ ਹੁਕਮ ਆਦੇਸ਼ ਦਿੱਤੇ ਆ, ਉਹਨਾਂ ਦੀ ਪਾਲਣਾ ਕਰੋਗੇ ਤੇ ਤਾਈਓ ਤਾਂ ਮਿਲਾਪ ਹੋਵੇਗਾ। ਜੇ ਨਹੀਂ ਤਾਂ ਫਿਰ ਦੁੱਖਾਂ ਦਾ ਸਾਹਮਣਾ ਇਹ ਵੀ ਸੁਭਾਵਿਕ ਆ। ਜੇ ਮੰਨਾਂਗੇ ਗੁਰੂ ਸਾਹਿਬ ਜੀ ਦੀ ਮੁਖੀ ਸਤਿਗੁਰੂ ਸਾਹਿਬ ਜੀ ਦੀ ਆਗਿਆ, ਉਸ ਆਗਿਆ ਦੇ ਨਾਲ ਮਿਲਾਪ ਕਰਾਂਗੇ ਤੇ ਇਹ ਮਿਲਣਾ ਵੀ ਸੁਭਾਵਿਕ ਆ। ਤੇ ਜੇ ਨਹੀਂ ਤੇ ਦੁੱਖ ਭੋਗਾਂਗੇ। ਜਿਵੇਂ ਭਾਈ ਆਦਲ ਗੁਰੂ ਸਾਹਿਬ ਜੀ ਦਾ ਸਿੱਖ ਹੋਇਆ ਤੇ ਉਹ ਸਿੱਖ ਨੇ ਬ੍ਰਾਹਮਣ ਦੇ ਹੱਥੀਂ ਆਪਣੀ ਸੋ ਲੜਕੀ ਦਾ ਸਾਥ ਕਰਵਾਇਆ। ਸੋ ਵਿਸਥਾਰ ਵਿੱਚ ਨਾ ਜਾਵਾਂ, ਉਹ ਸਖੀ ਸਰਵਰ ਨੂੰ ਮੰਨਣ ਵਾਲੇ ਸਨ ਤੇ ਉਹ ਬੀਬੀ ਉਹਦੀ ਸੁਪੁੱਤਰੀ ਗੁਰਬਾਣੀ ਪੜ੍ਹਨ ਵਾਲੀ ਸੀ ਤੇ ਉਹਦੀਆਂ ਨਿਤ ਅਰਦਾਸਾਂ ਗੁਰਬਾਣੀ ਪੜ੍ਹਨ ਵਾਲੇ ਸਿੱਖ ਦੀਆਂ ਮਹਾਰਾਜ ਸੁਣਨਗੇ। ਤੇ ਸੱਚੇ ਪਾਤਸ਼ਾਹ ਨੇ ਅਖੀਰਨ ਉਸ ਨੂੰ ਵੀ ਗੁਰਸਿੱਖੀ ਦੀ ਪਾਵਨ ਦਾਤ ਉਸ ਦੇ ਪਤੀ ਨੂੰ ਬਖਸ਼ ਦਿੱਤੀ। ਤੇ ਭਾਵ ਇਸ ਤੋਂ ਇਹ ਮਿਲਿਆ ਆ, ਗੁਰਮੁਖ ਮਿਲਿਆ ਸੁਭਾਏ। ਜਿੱਥੇ ਸੋ ਇਹ ਪਰਮਾਰਥ ਦਾ ਉਪਦੇਸ਼ ਤਾਂ ਹੈ ਕਿ ਮੁਖੀ ਸਤਿਗੁਰਾਂ ਨੂੰ ਮਿਲਣਾ, ਵਿਵਹਾਰਿਕ ਵੀ ਲੈ ਲਵੋ। ਰਿਸ਼ਤਾ ਕਰਨ ਵੇਲੇ ਆਪਾਂ ਇਹ ਤਾਂ ਵੇਖਦੇ ਹਾਂ ਕਿ ਪੜ੍ਹਾਈ ਆਦਿਕ
ਕੱਦ ਵੇਖਦੇ ਹਾਂ, ਰੂਪ ਰੰਗ ਵੇਖਦੇ ਹਾਂ, ਤੇ ਵਿਚਾਰ ਧਰਮ ਗੁਰਸਿੱਖੀ ਵੇਖੀ ਕਦੇ। ਸੋ ਤੁਲਸੀਦਾਸ ਜੀ ਨੇ ਲਿਖਿਆ ਆ, ਆਸ਼ਾ ਇਸ਼ਟ ਉਪਾਸ਼ਨਾ ਖਾਨ ਪੀਨ ਪਹਿਰਾਨ, ਤੁਲਸੀ ਜਾਮੈ ਖਟ ਮਿਲੇ ਸੋਈ ਮਿਲਿਆ ਜਾਨ। ਆਸ਼ਾ ਪਹਿਲੋਂ ਦੋਵਾਂ ਦੀਆਂ ਫਿਊਚਰ ਵਾਸਤੇ ਜਿਹੜੀਆਂ ਉਮੰਗਾਂ ਆ, ਪਲੈਨਿੰਗ ਆ, ਉਹ ਇੱਕ ਹੋਣੀ ਚਾਹੀਦੀ ਆ। ਇੱਕ ਮਾਪਿਆਂ ਦੇ ਨਾਲ ਰਹਿਣਾ ਜਾਵੇ, ਦੂਜਾ ਮਾਪਿਆਂ ਤੋਂ ਵੱਖਰਾ ਹੋਣਾ ਜਾਵੇ, ਕਿਵੇਂ ਸਤ ਸੰਤੋਖ ਹੋ ਜਾਵੇਗਾ। ਔਰ ਇਸ਼ਟ, ਜੇ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੋਨੋਂ ਮੰਨਦੇ ਨਹੀਂ ਤੇ ਫਿਰ ਪਰਿਕਰਮਾ ਕਰਨ ਦਾ ਭਾਵ ਕੀ ਹੋਇਆ? ਇਹ ਤਾਂ ਪਖੰਡ ਹੋ ਗਿਆ। ਤੇ ਜਿਹੜਾ ਪਖੰਡ ਵਾਲਾ ਕਾਰਜ ਆ ਉਹ ਤਾਂ ਇੱਥੇ ਹੀ ਖਤਮ ਹੋ ਜਾਣਾ, ਅਗਾਂਹ ਦੀ ਤਾਂ ਬਹੁਤ ਦੂਰ ਦੀ ਗੱਲ ਆ। ਆਸ਼ਾ ਇਸ਼ਟ ਉਪਾਸ਼ਨਾ, ਫਿਰ ਉਪਾਸ਼ਨਾ ਜਿਹੜਾ ਆਪਾਂ ਪਰਮੇਸ਼ਰ ਦੀ ਆਰਾਧਨਾ ਕਰਨੀ ਆ, the way that we worship ਮਹਾਰਾਜ ਸਾਹਿਬ, our ਨਿਤਨੇਮ should be equal। ਜੇ ਪੁਰਸ਼ ਵਾਸਤੇ 5 ਬਾਣੀਆਂ ਰਾਤ ਨੂੰ ਰਹਿਰਾਸ ਤੇ ਸੋਹਿਲਾ ਬਾਣੀ ਦਾ ਨਿਯਮ ਆ, ਇਹੀ ਬੀਬੀ ਵਾਸਤੇ ਵੀ ਨਿਯਮ ਹਨ। ਆਸਾ ਇਸ਼ਟ ਉਪਾਸ਼ਨਾ ਖਾਨ ਪੀਨ ਪਹਿਰਾਨ, ਸਾਡਾ ਖਾਣਾ ਪੀਣਾ ਇਹ ਵੀ ਇੱਕ ਹੋਣਾ ਚਾਹੀਦਾ ਆ। ਤੇ ਪਹਿਰਾਨ ਸਾਡਾ ਪਹਿਨਣਾ, ਜੋ ਗੁਰੂ ਮਹਾਰਾਜ ਸਾਹਿਬ ਜੀ ਨੇ ਬਾਣਾ ਸਾਨੂੰ ਦਿੱਤਿਆ, ਇਹਦੇ ਨਾਲ ਵੀ ਸੋ ਦੋਵਾਂ ਨੂੰ ਹੀ ਪਿਆਰ ਹੋਣਾ ਚਾਹੀਦਾ, ਜੋ ਸਾਦਗੀ ਦਾ ਰੂਪ ਮਹਾਰਾਜ ਜੀ ਨੇ ਦਿੱਤਾ। ਤੁਲਸੀ ਜਾਮੈ ਖਟ ਮਿਲੇ, ਇਹ 6 ਚੀਜ਼ਾਂ ਦਾ ਮਿਲਾਪ ਆ, ਉਹਨੂੰ ਹੀ ਮੈਂ ਮਿਲਿਆ ਹੋਇਆ ਮੰਨਦਾ। ਇਹ ਤੁਲਸੀਦਾਸ ਜੀ ਕਹਿੰਦੇ ਆ। ਗੁਰਬਾਣੀ ਦੇ ਅੰਦਰ ਵੀ ਆਇਆ ਆ, ਧਨ ਫਿਰ ਇਹ ਨਾ ਆਖੀਨ ਬਹਿਨ ਇਕੱਠੇ ਹੋਏ। ਸੋ ਉਹਨਾਂ ਨੂੰ ਇੱਕ ਜੋੜਾ ਨਹੀਂ ਆਖਿਆ ਜਾਂਦਾ, ਜਿਹੜੇ ਕੇਵਲ ਦਾ ਕੇਵਲ ਇਕੱਠੇ ਬਹਿੰਦੇ ਆ। ਧਨ ਫਿਰ ਇਹ ਨਾ ਆਖੀਨ ਬਹਿਨ ਇਕੱਠੇ ਹੋਏ, ਸੋ ਏਕ ਜੋਤ ਦੋਏ ਮੂਰਤੀ ਧਨ ਫਿਰ ਕਹੀਐ ਸੋਏ। ਇਸ ਤਰੀਕੇ ਦੇ ਨਾਲ ਸੋ ਉਹਨਾਂ ਵਿੱਚ ਜੋਤ ਇੱਕ ਭਾਵ ਵਿਚਾਰ, ਜੋਤ ਨਾਮ ਪ੍ਰਕਾਸ਼ ਦਾ, ਪ੍ਰਕਾਸ਼ ਨਾਮ ਗਿਆਨ ਦਾ, ਤੇ ਉਹ ਸਾਰਾ ਇੱਕ ਹੋਵੇ ਤਾਂ ਗੱਲ ਬਣਨੀ ਆ। ਸੋ ਗੁਰਮੁਖ ਮਿਲਿਆ ਸੁਭਾਏ, ਹਰ ਮਨ ਤਨ ਮੀਠਾ ਲਾਇਆ ਬਲ ਰਾਮ ਜੀਓ। ਇਸ ਤਰੀਕੇ ਦੇ ਨਾਲ ਜੀਵਨ ਬਤੀਤ ਕਰਾਂਗੇ ਔਰ ਪਰਮੇਸ਼ਰ ਜੋ ਇਹਦਾ ਪਰਮਾਰਥ ਆ, ਉਹਨਾਂ ਮੁਖੀ ਸਤਿਗੁਰੂ ਸਾਹਿਬ ਜੀ ਨਾਲ ਸੁਭਾਵਿਕ ਸਾਡਾ ਮਿਲਾਪ ਜਦੋਂ ਹੋਣਾ, ਤੇ ਇਹ ਮਨ ਵੀ, ਇਹ ਤਨ ਵੀ, ਇਹ ਸਾਰਾ ਜਿਹੜਾ ਇਸ ਵੇਲੇ ਸੁੱਕਾ ਹੋਇਆ, ਫਿਰ ਸੁੱਕੇ ਹਰੇ ਕੀਏ ਖਿਨ ਮਾਏ ਮਾਹੇ। ਸੋ ਸਤਿਗੁਰੂ ਜੀ ਕਿਰਪਾ ਕਰਨਗੇ। ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ, ਅਣਜਨ ਹਰ ਲਿਵ ਲਾਈ। ਹਰ ਮੀਠਾ ਲਾਇਆ ਮੇਰੇ ਪ੍ਰਭ ਭਾਇਆ। ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਮਹਾਰਾਜ ਸਾਹਿਬ says that sweetness, that bliss that is in becoming one with ਵਾਹਿਗੁਰੂ, ਉਹ ਜੋ ਪਰਮੇਸ਼ਰ ਦੇ ਨਾਲ ਇੱਕ ਹੋਣ ਦਾ ਜਿਹੜਾ ਆਨੰਦ ਆ, ਸੋ ਉਹ ਆਨੰਦ ਕਿਸ ਤਰੀਕੇ ਦੇ ਨਾਲ ਉਹ ਪ੍ਰਾਪਤ ਹੁੰਦਾ? ਫੇਰ ਪੜੋ ਜੀ। ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ, ਅਣਜਨ ਹਰ ਲਿਵ ਲਾਈ। ਮੇਰੇ ਪ੍ਰਭ ਭਾਇਆ, ਇਹ ਜਦੋਂ ਇਹ ਹੋਣਾ ਤਾਂ ਉਸ ਵੇਲੇ ਹੀ ਆ ਜਿਸ ਵੇਲੇ ਮੇਰੇ ਪਰਮੇਸ਼ਰ ਸਤਿਗੁਰਾਂ ਨੂੰ ਭਾ ਗਿਆ। ਉਹ ਸਾਖੀ ਆਪਾਂ ਕਈ ਵਾਰੀ ਸੁਣੀ ਆ, ਮਹਾਂਪੁਰਸ਼ ਸੁਣਾਉਂਦੇ ਵੀ ਹੁੰਦੇ ਸਨ ਕਿ ਇੱਕ ਬੰਦਾ ਆ, ਉਸ ਸ਼ਿਲਾ ਤੇ ਬਹਿ ਕੇ, ਭਾਵ ਪੱਥਰ ਤੇ ਬਹਿ ਕੇ ਉਹ ਬੜੇ ਸਾਲ ਤਪੱਸਿਆ ਕਰਦਾ। A person sits on a stone, he worships Maharaj for many years। ਉਦੋਂ ਪ੍ਰਾਪਤੀ ਦਾ ਵਕਤ ਉਹਦੇ ਕੋਲ ਆਉਂਦਾ, ਪਰਮੇਸ਼ਰ ਆਵਾਜ਼ ਦਿੰਦਾ, God calls out for him, ਤੂੰ ਕੀ ਮੰਗਦਾ ਭਾਈ? ਤੇ ਉਹਨੂੰ ਹੰਕਾਰ ਥੋੜਾ ਕੁ ਹੋ ਗਿਆ ਤੇ ਉਹ ਕਹਿੰਦਾ ਮੈਨੂੰ ਹਿਸਾਬ ਚਾਹੀਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਹਿਸਾਬ? ਹਾਂ, ਕਹਿੰਦਾ ਹਿਸਾਬ। ਸੋ ਮੰਗਣੀ ਬਖਸ਼ਿਸ਼ ਸੀ, ਮੰਗ ਲਿਆ ਹਿਸਾਬ। ਇਹ ਕਹਿਣ ਤੇ ਮਹਾਰਾਜ ਜੀ ਨੇ ਤਥਾਸਤੂ ਕਿਹਾ, ਸੋ ਵੀ ਇਹ ਏਦਾਂ ਹੀ ਤੇਰੀ ਇੱਛਾ ਪੂਰੀ ਹੋ ਜਾਵੇ। ਉਸ ਵੇਲੇ ਉਹ ਸ਼ਿਲ ਦੇ ਰੂਪ ਧਾਰਿਆ, ਕਹਿੰਦੀ ਜਿੰਨੇ ਸਾਲ ਤੂੰ ਮੇਰੇ ਤੇ ਬੈਠਾ, ਹੁਣ ਮੈਂ ਤੇਰੇ ਉੱਪਰ ਬੈਠਾਂਗੀ। ਸੋ ਇਹ ਬਸ ਇਹ ਸਿੱਖਣ ਵਾਸਤੇ ਇਹ ਸਾਖੀਆਂ ਆ। The stone said, you have sat on me for this many years, I will sit on you। ਫਿਰ ਹਿਸਾਬ, then it will become a real transaction, a real deal। Otherwise it's one-sided। ਸੋ ਇਹ ਕਿਰਪਾ ਹੋਣੀ ਤਾਂ ਉਸ ਵੇਲੇ ਹੀ ਆ ਜਦੋਂ ਮੇਰੇ ਪ੍ਰਭ ਭਾਇਆ। ਪਰ ਕਿਵੇਂ ਉਹ ਕਿਰਪਾ ਹੋਵੇਗੀ? How will we become recipients of that grace? ਅਨਦਿਨ ਹਰ ਲਿਵ ਲਾਈ, ਅਨਦਿਨ ਨਿਤਾ ਪ੍ਰਤੀ, every day। So we are to attune our consciousness, ਪਰਮੇਸ਼ਰ ਦੇ ਨਾਲ ਲਿਵ ਆਪਣੀ, ਸੋ ਜਿਹੜੀ ਇਹ ਮੱਤ ਆ ਇਹ ਜੋੜਨੀ। ਇਹ ਲਾਵਾਂ ਦੇ ਪਾਠ ਦੇ ਸੰਦਰਭ ਵਿੱਚ ਵੀ ਮਹਾਤਮ ਆਉਂਦਾ। ਕੱਲ ਵੀ ਇਸ ਬਾਰੇ ਵਿਚਾਰ ਕੀਤੀ ਸੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਮੇਂ ਦੇ ਵਿੱਚ
ਗੁਰਸਿੱਖਾਂ ਨੇ ਇੱਕ ਵਾਰੀ ਪੁੱਛਿਆ ਸੀ ਕਿ ਅਵਗਤ ਰੂਹਾਂ ਜਿਹੜੀਆਂ ਦੇਖਣ ਨੂੰ ਨਹੀਂ ਮਿਲਦੀਆਂ, ਗੁਪਤ ਰੂਹਾਂ ਵੀ ਉਹਨਾਂ ਨੂੰ ਕਹਿੰਦੇ ਆ, ਆਮ ਬੋਲੀ ਵਿੱਚ ਭੂਤ ਪ੍ਰੇਤ ਜਿਨ੍ਹਾਂ ਨੂੰ ਕਹਿੰਦੇ ਆ, ਕਿੰਨੀਆਂ ਕੁ ਵੱਸਦੀਆਂ ਅਨੰਦਪੁਰ ਸਾਹਿਬ ਵਿੱਚ। ਮਾਲਿਕ ਸਤਿਗੁਰੂ ਜੀ ਨੇ ਸਿੱਖਾਂ ਦਾ ਹਰ ਫੁਰਨਾ ਸੋ ਮਨ ਦੀ ਉਮੰਗ ਪੂਰੀ ਕੀਤੀ ਆ, ਔਰ ਗੁਰ ਇਤਿਹਾਸ ਵਿੱਚ ਇਹ ਸਾਰੀ ਚੀਜ਼ ਦੇ ਦਰਸ਼ਨ ਹੁੰਦੇ ਆ। ਇੱਕ ਇੱਕ ਚੀਜ਼ ਜੋ ਸਾਡੇ ਮਨ ਵਿੱਚ ਵੀ ਉੱਠਦੀ ਆ, ਉਹ ਗੁਰ ਇਤਿਹਾਸ ਵਿੱਚ ਗੁਰੂ ਸਾਹਿਬ ਜੀ ਨੇ ਪਹਿਲੋਂ ਹੀ ਕਰ ਦਿੱਤੇ ਉਹ ਸਾਂਗ। ਇਸ ਲਈ ਆਖਿਆ ਗਿਆ ਆ, ਆਪੇ ਸੂਖਮ ਆਪੇ ਅਸਥੂਲਾ, ਲਖੀ ਨਾ ਜਾਏ ਨਾਨਕ ਲੀਲਾ। ਸੋ ਉਹਦੇ ਵਿੱਚ ਇਸ ਪ੍ਰਕਾਰ ਆਇਆ, ਜਦੋਂ ਸਿੱਖਾਂ ਨੇ ਬੇਨਤੀ ਕੀਤੀ ਤੇ ਗੁਰੂ ਮਹਾਰਾਜ ਜੀ ਨੇ ਸੁਖਮਨੀ ਸਾਹਿਬ ਦੀਆਂ ਪੰਕਤੀਆਂ ਪੜ੍ਹੀਆਂ, ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪ ਪੇਖਣ ਹਾਰਾ। ਇਹ ਪੰਕਤੀਆਂ ਪੜ੍ਹਦੇ ਸਾਰ ਉਹ ਸਾਰੀਆਂ ਅਵਗਤ ਰੂਹਾਂ, ਭੂਤ ਪ੍ਰੇਤ, the ghosts, the spirits, they all appeared, they manifested। ਤੇ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਪੁੱਛਿਆ, ਸਿੱਖ ਵੀ ਹੈਰਾਨ ਹੋਏ, how many are you in number? ਤੁਹਾਡੀ ਗਿਣਤੀ ਕੀ ਆ? ਤੁਸੀਂ ਤਾਂ ਬੇਗਿਣਤ ਪ੍ਰਤੀਤ ਹੁੰਦੀਆਂ ਆ। ਉਹ ਕਹਿਣ ਲੱਗੀਆਂ, ਮਾਲਿਕ ਸਤਿਗੁਰੂ ਜੀ ਸਾਡੀ ਗਿਣਤੀ ਘਟ ਗਈ, ਸਾਡੇ ਪੰਥ ਨੂੰ ਬਹੁਤ ਵੱਡਾ ਘਾਟਾ ਪਿਆ। ਗੁਰੂ ਜੀ ਕਹਿੰਦੇ, ਉਹ ਕਿਵੇਂ? ਉਹ ਕਹਿੰਦੇ, ਜਦੋਂ ਪਹਿਲੋਂ ਬੇਦੀ ਦੇ ਦੁਆਲੇ, ਅੱਗ ਦੇ ਦੁਆਲੇ ਫੇਰੇ ਹੁੰਦੇ ਸੀ, ਉਸ ਵੇਲੇ ਸਾਡਾ ਜ਼ੋਰ ਪੈ ਜਾਂਦਾ ਸੀ, we would steal a hair, ਅਸੀਂ ਇੱਕ ਰੋਮ ਪੱਟ ਲੈਂਦੇ ਸੀ ਲਾੜੇ ਤੇ ਲਾੜੀ ਦੇ ਸਰੀਰ ਵਿੱਚੋਂ, ਤੇ ਉਹ ਮਰਨ ਵੇਲੇ ਉਹਨਾਂ ਨੂੰ ਅਸੀਂ ਆਪਣੇ ਵਿੱਚ ਰਲਾ ਲੈਂਦੇ ਸੀ। ਇਸ ਤਰੀਕੇ ਦੇ ਨਾਲ ਸਾਡਾ ਪੰਥ ਨਿਤਾ ਪ੍ਰਤੀ ਵੱਧਦਾ ਸੀ। ਜਦੋਂ ਦੀਆਂ ਚੌਥੇ ਪਾਤਸ਼ਾਹ ਜੀ ਨੇ ਇਹ ਲਾਵਾਂ ਉਚਾਰ ਦਿੱਤੀਆਂ, ਇਹ ਪਾਵਨ ਗੁਰਬਾਣੀ, ਤੇ ਉਸ ਵੇਲੇ ਤੋਂ ਸਾਡਾ ਉਸ ਥਾਂ ਤੇ ਗੁਰਬਾਣੀ ਦੇ ਸ਼ਹੀਦ ਸਿੰਘਾਂ ਦੇ ਪ੍ਰਤਾਪ ਨਾਲ ਸੋ ਕੋਈ ਅਸਰ ਨਹੀਂ ਮਿਲਦਾ। ਇਹ ਗੁਰ ਇਤਿਹਾਸ ਦੀਆਂ ਸਾਖੀਆਂ ਹਨ। ਤੇ ਸੱਚੇ ਪਾਤਸ਼ਾਹ ਜੀ ਨੇ ਫਿਰ ਸਿੱਖਾਂ ਨੂੰ ਹਦਾਇਤ ਕੀਤੀ ਕਿ ਪੰਜਾਂ ਬਾਣੀਆਂ ਵਾਂਗੂ ਇਸ ਗੁਰਬਾਣੀ ਲਾਵਾਂ ਦੀ ਨੂੰ ਵੀ ਕੰਠ ਕਰੋ ਔਰ ਨਿੱਤਾ ਪ੍ਰਤੀ ਪੜੋ। So all this talk we hear of black magic, of ghosts subduing us, we see it in the papers, newspapers ਦੇ ਵਿੱਚ ਇਹ ਨਿਤ ਆਰਟੀਕਲ। ਸੋ ਢੋਂਗੀ ਪਖੰਡੀ ਇਹਨਾਂ ਦੇ ਸੋ ਯਤਨ ਕਰਦੇ ਉਪਾਏ ਕਰਨ ਦੇ। ਸੋ ਗੁਰੂ ਮਹਾਰਾਜ ਜੀ ਨੇ ਸਾਰੀਆਂ ਚੀਜ਼ਾਂ ਦੇ ਉਪਾਏ ਅਥਵਾ ਇਹੋ ਜਿਹਾ ਸਾਨੂੰ ਜੀਵਨ ਬਖਸ਼ ਦਿੱਤਾ ਕਿ ਇਹ ਚੀਜ਼ਾਂ ਪੋ ਹੀ ਨਾ ਸਕਣ। ਸੋ ਇਸ ਤਰੀਕੇ ਦੇ ਨਾਲ ਗੁਰੂ ਮਹਾਰਾਜ ਬਚਨ ਕਰਦੇ ਹਨ, ਹਰ ਚੰਦਿਆ ਫਲ ਪਾਇਆ ਸੁਆਮੀ, ਹਰ ਚੰਦਿਆ ਫਲ ਪਾਇਆ ਸੁਆਮੀ, ਹਰ ਨਾਮ ਵਜੀਵਾ ਦਾਈ। ਮਨ ਚਿੰਦਿਆ ਫਲ ਪਾਇਆ ਸੁਆਮੀ। ਹੋਏ ਸਤਿਗੁਰੂ ਸਾਹਿਬ ਜੀ ਇੱਛਾ ਪੂਰਕ ਸਰਬ ਸੁਖ ਦਾਤਾ, ਜਾ ਕੇ ਵਸ ਹੈ ਕਾਮ ਤੇਨਾ। ਇਹ ਪੰਜਾਬੀ ਦਾ ਅਖਾਣ ਆ ਕਿ ਜਿੱਥੇ ਹਾਥੀ ਦਾ ਪੈਰ ਆ ਜਾਵੇ ਉੱਥੇ ਸਮੂਹ ਬਾਕੀ ਮਹੀਆਂ, ਘੋੜੇ ਆਦਿਕ ਸਾਰਿਆਂ ਦੇ ਪੈਰ ਦੇ ਨਿਸ਼ਾਨ ਉਹਦੇ ਵਿੱਚ ਹੀ ਆ ਜਾਂਦੇ ਆ। That roughly, loosely it translates to, in an elephant's footprint, the footprints of all other animals come in, meaning in that everything else comes। ਇਹ ਜਿਹੜੇ ਹਿੰਦੂ ਮਤ ਵਾਲੇ ਆ, ਇਹ ਆਪਣੇ ਘਰ ਪੂਜਾ ਕਰਾਉਂਦੇ ਆ, ਜਦੋਂ ਨਵਾਂ ਘਰ ਵੀ ਲੈਂਦੇ ਆ, ਹੋਰ ਵੀ ਜਦੋਂ ਅਸ਼ਾਂਤੀ ਦਾ ਸਮਾਂ ਹੋਵੇ, ਸਤਨਾਰਾਇਣ ਦੀ ਪੂਜਾ। ਔਰ ਉਹ ਜਿਹੜੀ ਸਤਨਾਰਾਇਣ ਦੀ ਪੂਜਾ ਦਾ ਮਹਾਤਮ ਇਹ ਦੱਸਿਆ ਜਾਂਦਾ ਆ ਕਿ ਇੱਕ ਸਮਾਂ ਆਇਆ, ਇੱਕ ਬੰਦੇ ਨੇ ਸੋ ਭਗਤੀ ਕੀਤੀ ਸਤਨਾਰਾਇਣ ਜੀ ਦੀ, ਉਹਨਾਂ ਦੇ ਇੱਕ ਦੇਵਤੇ ਦੀ। ਉਹਦੇ ਆਉਣ ਦੇ ਨਾਲ ਉਹਦੇ ਘਰ ਵਿੱਚ ਸਾਰੇ ਦੇਵੀ ਦੇਵਤੇ ਆ ਗਏ। ਪਰ ਇੱਕ ਦਿਨ ਉਹਦੇ ਮਨ ਵਿੱਚ ਆਇਆ, ਮੈਂ ਤਾਂ ਗਰੀਬ ਆ। ਉਹਨੇ ਸ਼ੁਰੂ ਕਰ ਦਿੱਤੀ ਲਕਸ਼ਮੀ ਜੀ ਦੀ ਉਪਾਸਨਾ। ਹੌਲੀ ਹੌਲੀ ਬਾਕੀ ਦੇਵਤੇ ਚਲੇ ਗਏ। ਇਸ ਤਰੀਕੇ ਦੇ ਨਾਲ ਮਨ ਚਿੰਦਿਆ ਫਲ ਪਾਇਆ ਸੁਆਮੀ। ਜੇ ਗੁਰੂ ਸਾਹਿਬ ਜੀ ਦਾ ਆਰਾਧਨ ਕਰਾਂਗੇ, ਇਹ ਲੋਕ ਵੀ, ਅਗਲਾ ਪਰਲੋਕ ਵੀ, ਠੀਕ ਹੈ, ਸਾਡਾ ਪਰਮ ਪ੍ਰਯੋਜਨ ਪਰਮੇਸ਼ਰ ਨਾਲ ਮਿਲਦਾ ਹੈ, ਪਰ ਦੁੱਧ ਪੁੱਤ ਇਸ ਸੰਸਾਰ ਦੀਆਂ ਲੋੜਾਂ ਆ, ਤੇ ਉਹ ਵੀ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ। ਤੁਸੀਂ ਆਪ ਹੀ ਸੋਚ ਲਵੋ, ਬਾਬਾ ਨੰਦ ਸਿੰਘ ਜੀ ਇਹ ਨਿਯਮ ਬਣਾਉਂਦੇ ਆ ਕਿ ਗੁਰਸਿੱਖ ਨੇ ਇੰਨਾ ਨਿਤਨੇ ਮਹੀਨੇ ਵਿੱਚ ਕਰਨਾ, ਇੱਕ ਸਹਿਜ ਪਾਠ ਜਾਂ 10 ਜਪਜੀ ਸਾਹਿਬ, ਇਹ ਕਰਨ ਵਾਲੇ ਗੁਰਸਿੱਖ ਨੂੰ ਕੋਈ ਕਮੀ ਰਹਿ ਜਾਵੇਗੀ? ਨਹੀਂ। ਮਨ ਚਿੰਦਿਆ ਫਲ ਪਾਇਆ ਸੁਆਮੀ, ਹਰ ਨਾਮ ਵੱਜੀ ਵਾਧਾਈ। ਔਰ ਪਰਮੇਸ਼ਰ ਦੇ ਨਾਮ ਦੇ ਵਾਜੇ ਵੱਜ ਗਏ ਮਨ ਦੇ ਵਿੱਚ, ਔਰ ਵਾਧਾਈਆਂ ਵੱਧ ਆਉਣ ਇਹੋ ਜਿਹੀਆਂ ਖੁਸ਼ੀਆਂ। There are those happinesses in the world that make us forget ਵਾਹਿਗੁਰੂ। ਸੰਸਾਰ ਵਿੱਚ ਇਹੋ ਜਿਹੀਆਂ ਖੁਸ਼ੀਆਂ ਆਉਂਦੀਆਂ ਆ ਜਿਹਦੇ ਨਾਲ ਅਸੀਂ ਪਰਮੇਸ਼ਰ ਨੂੰ ਭੁੱਲ ਜਾਂਦੇ ਆ। ਜਦੋਂ ਵਿਆਹ ਸ਼ਾਦੀ ਹੁੰਦਾ ਆ, ਸੋ ਇੰਨਾ ਨਾਚ ਗਾਣਾ, ਮਾਸ, ਸ਼ਰਾਬ ਆਦਿਕ ਜਿੰਨਾ ਕੁਛ ਵੀ ਆ, ਉਸ ਵੇਲੇ ਅਸੀਂ ਪਰਮੇਸ਼ਰ ਨੂੰ ਭੁੱਲ ਜਾਂਦੇ ਆ ਤੇ ਉਸ ਬਾਰੇ ਅਸੀਂ ਕਹਿੰਦੇ ਆ ਵਧਾਈਆਂ। ਪਰ
ਸੋ ਅੱਜ ਵੀ ਗੁਰਸਿੱਖ ਸੁਣਾ ਰਹੇ ਸੀ, ਇੱਕ ਬੀਬੀ ਨਰਸ ਆ, ਤੇ ਜਦੋਂ ਕੋਈ ਬਿਮਾਰ ਹੋਵੇ, ਅਖੀਰਨ ਉਹਦਾ ਸਮਾਂ ਹੋ ਜਾਵੇ, ਜਿੰਨਾ ਸੁਖਮਨੀ ਸਾਹਿਬ ਟੇਪ ਰਿਕਾਰਡ ਦੇ ਉੱਥੇ ਲਾਇਆ ਜਾਂਦਾ ਸ਼ਾਇਦ ਕਿਤੇ ਹੀ ਆ। ਸੋ ਪਰ ਜੇ ਪਹਿਲਾਂ ਹੀ ਇਹ ਕਰ ਲਵਾਂਗੇ, ਇਹ ਬਾਣੀ ਨੂੰ ਆਪਣੇ ਹਿਰਦੇ ਵਿੱਚ ਵਸਾ ਲਵਾਂਗੇ, ਤੇ ਫਿਰ ਹਰਨਾਮ ਵਜੀ ਵਾਧਾਈ, ਇਸ ਜੀਵਨ ਵਿੱਚ ਵੀ ਔਰ ਅਗਾਹਾਂ ਦੇ ਜੀਵਨ ਵਿੱਚ ਵੀ ਖੁਸ਼ੀ ਆ। ਜੇ ਇੱਥੇ ਮੰਨ ਲਵਾਂਗੇ ਇਹ ਜਗ ਮਿੱਠਾ ਅਗਲਾ ਕਿਨ ਡਿੱਠਾ, ਤੇ ਫਿਰ ਸਾਡੀ ਹਾਲਤ ਵੀ ਬਹੁਤ ਜ਼ਿਆਦਾ ਮਾੜੀ ਆ। ਆਵਰ ਕੰਡੀਸ਼ਨ, ਗੁਰੂ ਸਾਹਿਬ ਟੋਕਸ ਅਬਾਊਟ ਇਟ ਇਨ ਗੁਰਬਾਣੀ ਐਕਸਟੈਂਸਿਵਲੀ, ਕਿ ਜਮਾ ਦੀ ਮਾਰ ਕੀ ਹੁੰਦੀ ਆ। ਕਾਮ ਦੀ ਜਾਲ ਵਿੱਚ ਤੁਸੀਂ ਫਸੋਗੇ ਤੇ ਫਿਰ ਤੁਹਾਨੂੰ ਤਪਦਿਆਂ ਕੜਾਹਿਆਂ ਵਿੱਚ ਸਾੜਿਆ ਜਾਊਗਾ। ਝੂਠ ਬੋਲੋਗੇ ਇਸ ਪ੍ਰਕਾਰ ਹੋਵੇਗਾ, ਨਿੰਦਿਆ ਕਰੋਗੇ ਇਸ ਤਰੀਕੇ ਦੇ ਨਾਲ ਹੋਵੇਗਾ। ਪਰ ਇਹ ਸਾਰੇ ਡਰ ਵੀ ਚੱਕੇ ਜਾਣੇ ਆ ਜਦੋਂ ਨਾਮ ਦੇ ਨਾਲ ਸੋ ਸਾਡੀ ਸੁਰਤੀ ਟਿਕ ਜਾਵੇਗੀ। ਹਰਿ ਪ੍ਰਭ ਠਾਕੁਰ ਕਾਜ ਰਚਾਇਆ, ਤਨ ਹਿਰਦੈ ਨਾਮ ਵਿਗਾਸੀ। ਹਰਿ ਪ੍ਰਭ ਠਾਕੁਰ ਕਾਜ ਰਚਾਇਆ, ਉਸ ਪਰਮੇਸ਼ਰ ਜੋ ਪ੍ਰਭਤਾ ਦੇ ਸਹਿਤ ਹੈ। Everyone sings the glory of ਵਾਹਿਗੁਰੂ. His glory is not hidden. ਬੱਚੇ ਨੂੰ ਵੀ ਪੁੱਛ ਲਓ ਪਰਮੇਸ਼ਰ ਕਿੱਥੇ ਆ, ਉਹ ਤਾਂ ਉਹਨੂੰ ਉਂਗਲੀ ਕਰਦਾ। ਇਹ ਪਰਮੇਸ਼ਰ ਦੀ ਪ੍ਰਭਤਾ ਹੈ। ਔਰ ਠਾਕੁਰ ਉਹ ਸਾਰਿਆਂ ਦਾ ਮਾਲਿਕ ਆ, ਉਹ ਸਾਰਿਆਂ ਨੂੰ ਸਥਿਤ ਕਰਨ ਵਾਲਾ, ਔਰ ਉਹ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ, ਸਾਰਿਆਂ ਦੀਆਂ ਦੁੱਖਾਂ ਤਕਲੀਫਾਂ ਨੂੰ ਹਰਨ ਵਾਲਾ, ਔਰ ਉਹ ਰਾਜਾ ਸਰੂਪ ਵੀ ਹੈ ਪਰਮੇਸ਼ਰ। ਇੰਨਾ ਕੁਛ ਉਹ ਪਰਮੇਸ਼ਰ ਦੀ ਬਾਬਤ ਗੁਰਬਾਣੀ ਵਿੱਚ ਲਿਖਿਆ। ਔਰ ਹਰਿ ਪ੍ਰਭ ਠਾਕੁਰ ਕਾਜ ਰਚਾਇਆ, ਜਿਵੇਂ ਆਨੰਦ ਕਾਰਜ ਤੇ ਜੋੜੀ ਬਹਿੰਦੀ ਆ, ਅਰਦਾਸੀ ਅਰਦਾਸ ਕਰਦਾ ਇਹ ਗਰੀਬ ਨਵਾਜੀ, ਇਸ ਕਾਰਜ ਨੂੰ ਆਪ ਜੀ ਨੇ ਪੂਰਾ ਕਰਨਾ। ਸੋ ਇੱਕ ਤਾਂ ਇਹ ਵਿਵਹਾਰਕ ਵੀ ਪੂਰਾ ਹੋ ਜਾਣਾ ਲਾਵਾਂ ਦੇ ਨਾਲ, ਔਰ ਪਰਮਾਰਥ ਦਾ ਵੀ। ਸਰਬ ਸੀਲੰ ਮਮੰ ਸੀਲੰ, ਸਰਬ ਸੀਲੰ ਮਮੰ ਸੀਲੰ, ਸਰਬ ਪਾਵਨ ਮਮ ਪਾਵਨ, ਸਰਬ ਕਰਤਵ ਮਮੰ ਕਰਤਾ, ਨਾਨਕ ਲੇਪ ਛੇਪ ਨ ਲਿਪਯਤੇ। ਸਰਬ ਸੀਲੰ ਮਮੰ ਸੀਲੰ, ਜਿਵੇਂ ਤੁਸੀਂ ਧੰਨੇ ਕਬੀਰ ਆਦਿਕ ਭਗਤਾਂ ਨੂੰ ਤੁਸੀਂ ਸੀਲ ਭਾਵ ਠੰਡਾ ਸੁਭਾਅ ਬਖਸ਼ ਦਿੱਤਾ, ਸ਼ਾਂਤੀ ਬਖਸ਼ ਦਿੱਤੀ। ਸਰਬ ਸੀਲੰ ਮਮੰ ਸੀਲੰ, ਇਸ ਤਰੀਕੇ ਦੇ ਨਾਲ ਮੈਨੂੰ ਵੀ ਠੰਡਕ, ਗਿਵ ਮੀ ਦਾ ਸੇਮ ਪੀਸ। ਸਰਬ ਪਾਵਨ ਮਮ ਪਾਵਨ ਹੈ, ਜਿਵੇਂ ਅਜਾਮਲ ਸੋ ਪਾਪੀ ਪੂਰਾ ਸੰਸਾਰ ਉਹਨੂੰ ਜਾਣਦਾ ਸੀ। ਗਣਕਾ ਤਾਂ ਨਾਮ ਹੀ ਬੇਸਵਾ ਦਾ ਹੈ, ਉਹਦਾ ਸਹੀ ਨਾਮ ਚਲੋ ਕਈ ਗ੍ਰੰਥਾਂ ਵਿੱਚ ਆਇਆ, ਪਰ ਆਮ ਉਹਦਾ ਕੋਈ ਨਾਮ ਵੀ ਨਹੀਂ ਜਾਣਦਾ। ਗਣਕਾ ਉਹਨੂੰ ਬੇਸਵਾ ਤੋਂ ਹੀ ਜਾਣਦੇ ਆ। ਇਹੋ ਜਿਹੇ ਪਾਪੀਆਂ ਨੂੰ ਵੀ ਤੂੰ ਪਾਵਨ ਕਰਨ ਵਾਲਾ, ਸਰਬ ਪਾਵਨ ਮਮ ਪਾਵਨ ਹੈ, ਮੈਨੂੰ ਵੀ ਪਵਿੱਤਰ ਕਰ ਦੇ। ਸਰਬ ਕਰਤਵ ਮਮੰ ਕਰਤਾ, ਜਿਸ ਤਰੀਕੇ ਦੇ ਨਾਲ ਤੂੰ ਧੰਨੇ ਦੇ ਖੇਤ ਪਾਉਣ ਵਾਸਤੇ ਆਪ ਆਇਆ, ਨਾਮੇ ਦੀਆਂ ਛਪਰੀਆਂ ਬੰਨਣ ਵਾਸਤੇ ਤੂੰ ਬੇਡੀ ਬਣਿਆ। ਯੂ ਬਿਕੇਮ ਅ ਕਾਰਪੈਂਟਰ। ਐਂਡ ਕਬੀਰ ਸਾਹਿਬ ਜੀ ਦਾ ਯੱਗ ਸੰਪੂਰਨ ਕਰਨ ਵਾਸਤੇ ਕਬੀਰ ਬਣਿਆ, ਰਾਜਾ ਬਣਿਆ, ਆਦਿਕ ਸਾਰੇ ਭਗਤਾਂ ਦੇ ਕੰਮ ਕਰਨ ਵਾਸਤੇ ਤੂੰ ਆਉਂਦਾ ਹੀ ਰਿਹਾ। ਸੈਣ ਨਾਈ ਦਾ ਕੰਮ ਕਰਨ ਵਾਸਤੇ ਤੂੰ ਉਹਦੀ ਜਗ੍ਹਾ ਰਾਜੇ ਦੀ ਮੁੱਠੀ ਚਾਪੀ ਮਾਲਿਸ਼ ਕਰਦਾ ਰਿਹਾ। ਸੋ ਹੋਰ ਤੂੰ ਕਿੰਨੇ ਕੁ ਲੋਕਾਂ ਦੇ ਜਿਵੇਂ ਭਗਤਾਂ ਦੇ ਕਾਰਜ ਸਵਾਰੇ ਆ। ਸਰਬ ਕਰਤਵ ਮਮੰ ਕਰਤਾ, ਮੇਰਾ ਵੀ ਜਿਹੜਾ ਤੇਰੇ ਨਾਲ ਮਿਲਣ ਦਾ ਸੋ ਇਹ ਇਕਰਾਰ ਮੈਂ ਕੀਤਾ ਪੰਜਾਂ ਪਿਆਰਿਆਂ ਦੀ ਹਜ਼ੂਰੀ ਦੇ ਵਿੱਚ ਕਿ ਹੁਣ ਤੋਂ ਮੈਂ ਆਪਣਾ ਜੀਵਨ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸਮਰਪਿਤ ਕਰਦਾ, ਉਹਨਾਂ ਨੂੰ ਆਪਣੇ ਪਿਤਾ ਰੂਪ ਵਿੱਚ ਮੰਨਦਾ। ਮਾਤਾ ਸਾਹਿਬ ਕੌਰ ਜੀ ਨੂੰ, ਮਾਤਾ ਸਾਹਿਬਦੇਵ ਕੌਰ ਜੀ ਨੂੰ ਮੈਂ ਮਾਤਾ ਦੇ ਰੂਪ ਵਿੱਚ ਮੰਨਦਾ। ਇਹ ਵੀ ਜਿਹੜਾ ਮੇਰਾ ਪਰਮਾਰਥ ਦਾ ਕਾਰਜ ਆ ਕਿ ਉਹਨਾਂ ਨੂੰ ਮਾਤਾ ਪਿਤਾ ਜਾਣ ਕਰਕੇ ਮੈਂ ਖਾਲਸੇ ਦੇ ਨਿਯਮਾਂ ਅਨੁਸਾਰ ਆਪਣਾ ਜੀਵਨ ਬਤੀਤ ਕਰਾਂ। ਟੂ ਲਿਵ ਮਾਈ ਲਾਈਫ ਐਜ਼ ਅ ਗੁਰਸਿੱਖ, ਇਹ ਜਿਹੜਾ ਕਾਰਜ ਆ ਇਹ ਵੀ ਪਰਮੇਸ਼ਰ ਤੇਰਾ ਰਚਾਇਆ, ਤੇਰਾ ਬਣਾਇਆ ਹੋਇਆ ਹੈ। ਯੂ ਹੈਵ ਕ੍ਰੀਏਟਡ ਇਟ, ਤੇ ਸਾਨੂੰ ਪੂਰਾ ਵੀ ਇਹਦੇ ਵਿੱਚ ਕਰਕੇ ਤੂੰ ਹੀ ਨਿਭਾਉਣਾ ਆ। ਹਰਿ ਪ੍ਰਭ ਠਾਕੁਰ ਕਾਜ ਰਚਾਇਆ, ਤਨ ਹਿਰਦੈ ਨਾਮ ਵਿਗਾਸੀ। ਇਹ ਜਿਹੜਾ ਨਾਮ ਆ ਇਹ ਹਿਰਦੇ ਦੇ ਵਿੱਚ ਸੋ ਵਿਗਾਸੇ ਖਿੜ ਜਾਵੇਗਾ। ਤੇ ਖਿੜਨ ਤੋਂ ਭਾਵ ਉਹ ਨਾਮ ਪ੍ਰਫੁੱਲਿਤ ਇਸ ਤਰੀਕੇ ਦੇ ਨਾਲ ਕਰ ਦੇਵੇਗਾ ਜੋ ਪਰਮੇਸ਼ਰ ਦੇ ਗੁਣ ਹੋਣਗੇ। the virtues of God, we will slowly get them. ਪਰਮੇਸ਼ਰ ਇੱਕ ਬਹੁਤ ਹੀ ਜ਼ਿਆਦਾ ਸ਼ੁੱਧ ਸ਼ਕਤੀ ਦਾ ਨਾਮ ਹੈ। ਸਾਰੀ ਸੰਸਾਰ ਦੀ ਸ਼ੁੱਧਤਾ, the purity, it stems from ਅਕਾਲ ਪੁਰਖ ਵਾਹਿਗੁਰੂ। ਏਕਾ ਮਾਈ ਜੁਗਤ ਵਿਆਈ, that Parmeshwar was one and then he united with this Maya
And he, from that Maya, he brought this whole world out. But he himself is still pure. He is away from this Maya. Us Parmeshwar nu koi Maya da dosh nahi, koi Maya di maleenta nahi lagi. ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਨਿਰਅੰਜਨ ਅੰਜਨ ਭਾਵ ਸੁਰਮਾ ਸੁਰਮਾ ਹੁੰਦਾ ਕਾਲਾ ਕਾਲੀ ਹੈ ਕਿਸ ਚੀਜ਼ ਦਾ ਨਾਮ ਮਾਇਆ ਉਹ ਪਰਮੇਸ਼ਰ ਮਾਇਆ ਦੀ ਮੈਲ ਤੋਂ ਰਹਿਤ ਹੈ ਉਸ ਪਰਮੇਸ਼ਰ ਦਾ ਜਿਸ ਵੇਲੇ ਨਾਮ ਜੋ ਹੈ ਉਹ ਹਿਰਦੇ ਵਿੱਚ ਸੋ ਸਥਿਤ ਹੋ ਜਾਵੇਗਾ ਇਹ ਹਿਰਦਾ ਵੀ ਸ਼ੁੱਧ ਬਣ ਜਾਵੇਗਾ ਤੇ ਸ਼ੁੱਧਤਾ ਹੀ ਸ਼ੁੱਧਤਾ ਦੇ ਨਾਲ ਮਿਲ ਸਕਦੀ ਹੈ ਸੋ ਧਨ ਹਿਰਦਾ ਨਾਮ ਵਿਗਾਸੀ ਇਹ ਜਿਹੜਾ ਹਿਰਦਾ ਆ ਇਹ ਵਿਸ਼ਾਲ ਹੋ ਜਾਵੇਗਾ it will become very broad ਜੋ ਬ੍ਰਹਮੰਡੇ ਸੋਈ ਪਿੰਡੇ we will begin to understand that the whole universe is encompassed within ourselves ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਉਹ ਵੀ ਇਹੀ ਵਿਚਾਰ ਆ ਇੰਨਾ ਹੱਦ ਸੋ ਮਨ ਦਾ ਦਾਇਰਾ ਵੱਡਾ ਹੋ ਜਾਵੇਗਾ ਪਹਿਲੋਂ ਵੀ ਸ਼ਬਦ ਬਾਰੇ ਇਹ ਬਚਨ ਆਏ ਸਨ ਅਨਹਦ ਸ਼ਬਦ ਵਜਾਏ ਅਨਹਦ ਜਿਹੜੇ ਕਿਸੇ ਹੱਦ ਬੰਨੇ ਸੀਮਾ ਤੋਂ ਰਹਿਤ ਹਨ ਸ਼ਬਦ ਇਹੋ ਜਿਹੇ ਸ਼ਬਦ ਹਿਰਦੇ ਵਿੱਚ ਵੱਜਣਗੇ ਇਹੋ ਜਿਹੇ ਬਾਜੇ ਅਕਹਿ ਬਾਜੇ ਵੱਜਣਗੇ ਧਨ ਹਿਰਦਾ ਨਾਮ ਵਿਗਾਸੀ ਜਨ ਨਾਨਕ ਬੋਲੇ ਚੌਥੀ ਲਾਵੈ ਹਰ ਪਾਇਆ ਪ੍ਰਭ ਅਵਨਾਸੀ ਤੇ ਗ੍ਰਸਥ ਧਰਮ ਬਾਰੇ ਕੁਝ ਵਿਚਾਰਾਂ ਗ੍ਰਸਥ ਸ਼ਬਦ ਦਾ ਕੀ ਅਰਥ ਹੈ ਗ੍ਰਹਿ ਸਤ ਔਰ ਗ੍ਰਸਥ ਧਰਮ ਦੀ ਮਹਾਨਤਾ ਜੇ ਕਿਸੇ ਨੇ ਲਿਖੀ ਆ ਇਹ ਪੰਕਤੀ ਵੀ ਜਿਹੜੀ ਆਮ ਆਨੰਦ ਕਾਰਜਾਂ ਵੇਲੇ ਆਪਾਂ ਸੁਣਦੇ ਹੀ ਆ ਕਿ ਸਾਰਿਆਂ ਧਰਮਾਂ ਦੇ ਵਿੱਚੋਂ ਗ੍ਰਸਥ ਪ੍ਰਧਾਨ ਆ ਉਹ ਕਿਹਨੇ ਲਿਖੀ ਗੁਰੂ ਘਰ ਦੇ ਵੇਦ ਵਿਆਸ the great scholar ਭਾਈ ਸਾਹਿਬ ਭਾਈ ਗੁਰਦਾਸ ਜੀ the first writer of Sri Guru Granth Sahib Ji Guru Granth Sahib Ji ਦੇ ਆਦਿ ਭਾਵ ਪਹਿਲੇ ਲਿਖਾਰੀ ਪਰ ਉਹ ਭਾਈ ਗੁਰਦਾਸ ਸਾਹਿਬ ਜੀ ਨੇ ਕੀ ਆਨੰਦ ਕਾਰਜ ਕਰਵਾਇਆ ਨਹੀਂ ਉਹ ਬ੍ਰਹਮਚਾਰੀ ਸਨ ਸੋ ਕਈ ਗੁਰਸਿੱਖ ਉਹ ਮਹਾਂਪੁਰਖਾਂ ਤੇ ਉਂਗਲੀ ਉਠਾਉਂਦੇ ਆ ਕਿ ਉਹ ਵਿਆਹ ਨਹੀਂ ਕਰਦੇ ਤੇ ਗਾਹਾਂ ਵੀ ਬਿਹੰਗਮਾਂ ਨੂੰ ਕਰਦੇ ਤੇ ਭਾਈ ਗੁਰਦਾਸ ਸਾਹਿਬ ਜੀ ਗ੍ਰਸਥ ਧਰਮ ਦੀ ਮਹਾਨਤਾ ਤਾਂ ਲਿਖਦੇ ਆ ਪਰ ਆਪ ਉਹਨਾਂ ਨੇ ਗ੍ਰਸਥੀ ਧਰਮ ਵਿੱਚ ਕੋਈ ਪ੍ਰਵਿਰਤੀ ਕੀਤੀ ਨਹੀਂ ਉਹਨਾਂ ਨੇ ਇੱਥੇ ਤੱਕ ਲਿਖਿਆ ਆ ਸਤਿਗੁਰ ਸਿੱਖ ਕੋ ਰਾਖਤ ਗ੍ਰਸਤ ਮੈਂ ਸੰਪਦਾ ਸਮੂਹ ਸੁਖ ਲੁੱਡੇ ਤੇ ਲੁਡਾਵਈ ਕਿ ਸਤਿਗੁਰੂ ਸਾਹਿਬ ਜੀ ਸਿੱਖ ਨੂੰ ਗ੍ਰਸਤੀ ਵਿੱਚ ਰੱਖਣਗੇ ਵੀ ਔਰ ਸਮੂਹ ਸੰਪਦਾ all the wealth of this world they will give that to him ਔਰ ਲੁੱਡੇ ਤੇ ਲੁਡਾਵਈ ਉਹ ਖੁਸ਼ੀਆਂ ਦੇ ਨਾਲ ਉਹ ਨੱਚੇਗਾ ਇਹੋ ਜਿਹੀ ਖੁਸ਼ੀ ਬਖਸ਼ਣਗੇ ਤੇ ਦੂਸਰੇ ਪਾਸੇ ਜਿਹੜੀ ਗ੍ਰਸਤੀ ਦੀ ਨਿੰਦਿਆ ਕਰਦੇ ਆ ਕਿ ਗ੍ਰਸਤੀ ਤਾਂ ਬੰਧਨ ਆ ਹਾਂ ਹੈ ਬੰਧਨ ਪਰ ਸੁਖਮਣੀ ਸਾਹਿਬ ਦੇ ਵਿੱਚ ਇਹ ਵਿਚਾਰ ਆਉਂਦੀ ਆ ਕਿਉਂਕਿ ਸਾਧ ਸੰਗਤ ਜੀ ਇਹ ਤਾਂ ਹੋ ਹੀ ਨਹੀਂ ਸਕਦਾ ਕਿ ਗੁਰੂ ਦੀ ਹਜ਼ੂਰੀ ਵਿੱਚ ਕੀਤਾ ਕੋਈ ਵੀ ਕਾਰਜ ਸੋ ਉਹ ਬੰਧਨ ਦੇ ਵਿੱਚ ਪਾ ਦੇਵੇ ਇਹ ਤਾਂ ਸਾਡੀ ਕਰਤੂਤ ਹੋਵੇਗੀ ਜੋ ਉਸ ਨੂੰ ਬੰਧਨ ਬਣਾ ਦੇਵੇਗੀ ਕਿਸ ਪ੍ਰਕਾਰ ਸਤਿਗੁਰ ਸਿੱਖ ਕੇ ਬੰਧਨ ਕਾਟੇ ਸਤਿਗੁਰੂ ਸਾਹਿਬ ਜੀ ਸਿੱਖ ਦੇ ਬੰਧਨ ਹਮੇਸ਼ਾ ਹੀ ਕੱਟਦੇ ਕਿਸੇ ਬੰਧਨ ਚ ਪਾਉਂਦੇ ਨਹੀਂ ਪਰ ਇੱਕ ਸੌਦਾ ਹੈ there is a transaction there is a deal there is something on our part ਸਾਡੇ ਹਿੱਸੇ ਵੀ ਇੱਕ ਜ਼ਿੰਮੇਵਾਰੀ ਆਉਂਦੀ ਆ ਸਤਿਗੁਰ ਸਿੱਖ ਕੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਟ ਵਿਕਾਰਾਂ ਤੋਂ ਜੇ ਆਨੰਦ ਕਾਰਜ ਨੂੰ ਵਿਸ਼ੇ ਰੂਪ ਹੀ ਮੰਨ ਲਿਆ ਤੇ ਫਿਰ ਤਾਂ ਦੁੱਖ ਦਾ ਹੀ ਘਰ ਆ ਇਸ ਤੋਂ ਪਰੇ ਕੋਈ ਦੁੱਖ ਹੋਵੇਗਾ ਹੀ ਨਹੀਂ ਗ੍ਰਸਤ ਕੁਟੁੰਬ ਪਲੇਟਿਆ ਸੋ ਮਹਾਰਾਜ ਸਾਹਿਬ ਕਹਿੰਦੇ ਕਦੇ ਹਰਖ ਕਦੇ ਸੋਗ ਕਦੇ ਖੁਸ਼ੀ ਆ ਜਾਵੇਗੀ ਸਮਟਾਈਮਸ ਯੂ ਵਿਲ ਬੀ ਹੈਪੀ ਸਮਟਾਈਮਸ ਯੂ ਵਿਲ ਬੀ ਸੈਡ ਪਰ ਸੱਚੇ ਪਾਤਸ਼ਾਹ ਨੇ ਜਿਸ ਤਰੀਕੇ ਦੀ ਗ੍ਰਸਤੀ ਦਾ ਵਰਣਨ ਕੀਤਾ ਆ ਉਹ ਇਹ ਹੈ ਕਿ ਜਿਵੇਂ ਕਮਲ ਸੋ ਗੰਦਗੀ ਦੇ ਵਿੱਚ ਰਹਿੰਦਾ ਹੈ ਪਰ ਉਹ ਨਿਰਲੇਪ ਰਹਿੰਦਾ ਆ ਇਸ ਤਰੀਕੇ ਦੀ ਗ੍ਰਸਤੀ ਆਪਾਂ ਬਤੀਤ ਕਰਨੀ ਆ ਇਹ ਮਹਾਰਾਜ ਸਾਹਿਬ ਨਾਲ ਸਾਡੇ ਰਿਸ਼ਤੇ ਦੀ ਵੀ ਗੱਲ ਆ ਪਰਮੇਸ਼ਰ ਨਾਲ ਰਿਸ਼ਤੇ ਕਰਨ ਦੀ ਜੋ ਆਪਣਾ ਸੰਬੰਧ ਆ ਵਾਹਿਗੁਰੂ ਜੀ ਦੇ ਨਾਲ ਉਹਨੂੰ ਵਧਾਉਣ ਦੇ ਬਹੁਤ ਤਰੀਕੇ ਜੁਗਤੀਆਂ ਹਨ ਪ੍ਰੇਮ ਦੀ 4 ਜੁਗਤੀਆਂ ਸੋ ਗੁਰਬਾਣੀ ਵਿੱਚ ਜਿਹੜੀਆਂ ਵਰਣਨ ਆਈਆਂ ਉਹਨਾਂ ਵਿੱਚੋਂ ਕੁਝ ਜਿਵੇਂ ਸ਼ਾਹ ਤੇ ਵੰਜਾਰੇ ਦਾ ਤੇ ਸਤਿਗੁਰੂ ਸਾਹਿਬ ਜੀ ਮੇਰੇ ਪਿਤਾ ਸਮਾਨ ਆ ਇਹ ਵੀ ਇੱਕ ਹੋਰ ਵਿਚਾਰ ਆ ਗੁਰੂ ਜੀ ਇਜ਼ ਲਾਈਕ ਮਾਈ ਫਾਦਰ ਪਰ ਉਹਨਾਂ ਦੇ ਵਿੱਚ ਇੱਕ ਇਹ ਆ ਕਿ ਮੈਂ ਜੀਵ ਇਸਤਰੀ ਆ ਔਰ ਪਰਮੇਸ਼ਰ ਪਤੀ ਆ ਤੇ ਉਹ ਵੀ ਫਿਰ ਆਪਾਂ ਇਸ ਪ੍ਰਕਾਰ ਹੀ ਸੋਚਣਾ ਕਿ ਜਿਵੇਂ ਜੇ ਆਪਾਂ ਆਮ ਇਹ ਸਿੱਖਿਆ ਸੁਣੀ ਦੀ ਆ ਕਿ ਲੜਕੀ ਨੂੰ ਸੋ ਸੀਤਾ ਜੀ ਦੇ ਇਤਿਹਾਸ ਵਿੱਚ ਵੀ ਆਇਆ ਕਿ ਉਹਨਾਂ ਦੇ ਮਾਤਾ ਜੀ ਸਮਝਾਉਂਦੇ ਆ ਕਿ ਪੇਕਿਆਂ ਦਾ ਮੋਹ ਨਹੀਂ ਰੱਖਣਾ
ਇਹ ਤੋਂ ਪਰਮਾਰਥ ਲੈ ਲਓ। ਆਪਾਂ ਹੁਣ ਦੁਨੀਆ ਦਾ ਮੋਹ ਨਹੀਂ ਰੱਖਣਾ। ਜੇ ਪੰਜਾਂ ਪਿਆਰਿਆਂ ਦੀ ਹਜ਼ੂਰੀ ਵਿੱਚ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਤੇ ਹੁਣ ਤੋਂ ਗੁਰੂ ਸਾਹਿਬ ਜੀ ਨੂੰ ਆਪਣੇ ਜੀਵਨ ਦਾ ਮੁੱਖ ਆਧਾਰ ਬਣਾਉਣਾ, ਉਸ ਪਤੀ ਨੂੰ ਰਿਝਾਉਣ ਵਿੱਚ ਸੋ ਆਪਣਾ ਪੂਰਾ ਜ਼ੋਰ ਲਾਉਣਾ। ਗੁਰਬਾਣੀ ਵਿੱਚ ਪ੍ਰੇਮ ਦੀ ਬਾਬਤ ਹੋਰ ਵੀ ਵਿਚਾਰਾਂ ਆਈਆਂ, ਜਿੱਥੇ ਲਿਖਿਆ ਹੈ ਕਿ ਜਿਵੇਂ ਭੁੱਖੇ ਦੀ ਅਨਾਜ ਦੇ ਨਾਲ, ਸੋ ਉਹ ਸਾਰੇ ਸ਼ਬਦ ਦੀ ਵਿਚਾਰ ਕਰਨ ਵਾਸਤੇ ਸਮਾਂ ਨਹੀਂ, ਪਰ ਉਹਦੇ ਵਿੱਚ ਇੱਕ ਇਹ ਵੀ ਵਿਚਾਰ ਆਈ ਆ ਕਿ ਜਿਵੇਂ ਪਰ ਪੁਰਸ਼ ਦੇ ਨਾਲ ਜਿਹੜੀ ਵਿਭਚਾਰਨ ਤੇ ਦੁਹਾਗਣ ਇਸਤਰੀ ਆ, ਜਿਸ ਤਰੀਕੇ ਨਾਲ ਉਹ ਪ੍ਰੇਮ ਕਰਦੀ ਆ, ਇਸ ਤਰੀਕੇ ਦੇ ਨਾਲ ਸਤਿਗੁਰਾਂ ਦੇ ਨਾਲ, ਵਾਹਿਗੁਰੂ ਦੇ ਨਾਲ ਪ੍ਰੇਮ ਕਰਨਾ। ਪੁੱਛੋ ਕਿਵੇਂ? ਇੱਕ ਇਹੋ ਜਿਹਾ ਅਲੰਕਾਰ ਆ। ਕਈ ਚਰਿੱਤਰਾਂ ਦੀ ਵਿਚਾਰ ਕਰਦੇ ਆ ਕਿ ਚਰਿੱਤਰ ਇਹ ਪੜ੍ਹਨ ਯੋਗ, ਵਿਚਾਰਨ ਯੋਗ ਸੋ ਨਹੀਂ ਆ, ਇਹੋ ਜਿਹੇ ਅਪਸ਼ਬਦ ਬੋਲਦੇ ਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਖੁੱਲ੍ਹ ਕੇ ਵਿਚਾਰ ਕਰਨੀ ਹੋਵੇ ਤੇ ਵੱਡੇ ਵੱਡੇ ਸੰਕੋਚ ਜਾਣ, ਪਰ ਇਹ ਚਿੱਤ ਦੀ ਸ਼ੁੱਧੀ ਹੋਵੇ, ਸਰੋਤੇ ਦੀ ਵੀ ਔਰ ਬਖਤੇ ਦੀ ਵੀ। ਸੋ ਘਾਟ ਪਹਿਲਾਂ ਤਾਂ ਬਖਤੇ ਤੋਂ ਹੀ ਹੁੰਦੀ ਹੈ, ਜਿੱਥੋਂ ਇਹ ਸਭ ਕੁਝ ਸ਼ੁਰੂ ਹੁੰਦਾ। ਕਿ ਇਸ ਤਰੀਕੇ ਦੇ ਨਾਲ ਵਿਭਚਾਰਨ ਔਰਤ ਦਾ ਰਿਸ਼ਤਾ ਜੋ ਹੈ ਉਹ ਕਿਵੇਂ ਸਾਡੇ ਵਾਸਤੇ ਮਿਸਾਲ ਆ। ਜਿਹੜੀ ਵਿਭਚਾਰਨ ਔਰਤ ਆ ਉਹ ਕੀ ਕਰੇਗੀ? ਉਹ ਪਹਿਲੋਂ ਸਾਰੇ ਯਤਨ ਕਰੇਗੀ ਕਿ ਮੈਂ ਪਕੜੀ ਨਾ ਜਾਵਾਂ। ਉਹ ਕੀ ਕਰੂਗੀ? ਉਹ ਸਵੇਰ ਨੂੰ ਭਲਕੇ ਉੱਠ ਕੇ ਤੇ ਉਹ ਪ੍ਰਸ਼ਾਦਾ ਤਿਆਰ ਕਰੇਗੀ। ਫਿਰ ਉਹਨੇ ਬੱਚਿਆਂ ਨੂੰ ਵੀ ਛੇਤੀ ਤਿਆਰ ਕਰ ਦੇਣਾ, ਉਹਨੇ ਫਿਰ ਬੱਚਿਆਂ ਦਾ ਲੰਚ ਵੀ ਪੈਕ ਕਰ ਦੇਣਾ, ਸਭ ਕੁਝ ਕਰਨਾ ਕਿ ਤਾਂ ਕਿ ਮੈਂ ਫੜੀ ਨਾ ਜਾਵਾਂ। ਤੇ ਪਤੀ ਨੇ ਆਉਣਾ, ਪਤੀ ਨੂੰ ਵੀ ਕਹਿਣਾ, ਉਹਦੀ ਸੇਵਾ ਕਰਨੀ, ਉਹਦੇ ਵਾਸਤੇ ਵੀ ਚਾਹ ਆਦਿਕ ਹਾਜ਼ਰ ਕਰਨਾ, ਉਹਦੇ ਰੂਪ ਤੇ ਵੀ ਕਹਿਣਾ ਤੇ ਹੋਰ ਪ੍ਰਕਾਰ ਦੇ ਨਾਲ ਵੀ ਬੜਾ ਉਸਦੇ ਨਾਲ ਲਾਡ ਕਰਨਾ। ਪਰ ਜਿਸ ਵੇਲੇ ਉਹ ਪਤੀ ਦੇ ਨਾਲ ਸੋ ਉਹ ਸੁੱਤੀ ਹੋਈ ਆ ਤੇ ਉਹ ਜਿਸ ਵੇਲੇ ਆਪਾਂ ਸੌਂਦੇ ਆ, ਇਹ ਹੁੰਦਾ ਹੀ ਅਚਨਚੇਤ ਸੁਪਨਿਆਂ ਦੇ ਵਿੱਚ ਕਈ ਵਾਰੀ ਅਸੀਂ ਬੋਲ ਪੈਂਦੇ ਆ। ਜਿਸ ਪਰ ਪੁਰਸ਼ ਦੇ ਨਾਲ ਉਸਦਾ ਰਿਸ਼ਤਾ ਸੀ, ਉਸ ਪਰ ਪੁਰਸ਼ ਦਾ ਨਾਮ ਉਹਦੀ ਰਸਨਾ ਤੇ ਉਸਦੀ ਜ਼ੁਬਾਨ ਤੇ ਉਸਦੇ ਹੋਠਾਂ ਤੇ ਆ ਗਿਆ। ਇਹੋ ਜਿਹਾ ਰਿਸ਼ਤਾ ਅਸੀਂ ਵਾਹਿਗੁਰੂ ਜੀ ਦੇ ਨਾਲ ਬਣਾਉਣਾ। ਇਹ ਗ੍ਰਸਤੀ ਦੇ ਸੰਬੰਧ ਦੇ ਵਿੱਚ ਹੈ ਕਿ ਜਿਵੇਂ ਇਹ ਸੰਸਾਰ ਆ ਤੇ ਇਹ ਸੰਸਾਰ ਦੇ ਨਾਲ ਜਿਹੜਾ ਸਾਡਾ ਰਿਸ਼ਤਾ ਆ, ਉਹ ਜਿਵੇਂ ਉਹ ਵਿਭਚਾਰਨ ਔਰਤ ਦਾ ਰਿਸ਼ਤਾ ਆਪਣੇ ਪਤੀ ਦੇ ਨਾਲ ਆ ਕਿ ਇਹ ਸਾਰੇ ਕੰਮ ਵੀ ਸੰਸਾਰ ਦੇ ਕਰਨੇ ਆ, ਇਹ ਧੰਦੇ ਵੀ ਕਰਨੇ ਪੈਣੇ ਆ। ਪਰ ਇਹ ਸੰਸਾਰ ਕੋਈ ਅੰਤਰਜਾਮੀ ਤਾਂ ਨਹੀਂ ਆ। ਇਹਨੂੰ ਕਿਹੜਾ ਪਤਾ ਹੈ ਕਿ ਸਾਡੀ ਸੁਰਤੀ ਕਿਵੇਂ ਆ। ਇਸ ਤਰੀਕੇ ਦੇ ਨਾਲ ਸੁਰਤੀ ਵਾਹਿਗੁਰੂ ਵਿੱਚ ਟਿਕਾਉਣੀ ਆ। ਪਰ ਅਖੀਰਨ ਇਹ ਹੋਵੇਗਾ ਹੀ ਹੋਵੇਗਾ ਕਿ ਸੰਸਾਰ ਨਫ਼ਰਤ ਕਰਨ ਲੱਗ ਪਵੇਗਾ। ਤੁਹਾਡਾ ਜ਼ਾਹਰ ਹੋ ਜਾਵੇਗਾ, ਜਿਵੇਂ ਉਹਨੇ ਸੁਪਨੇ ਦੇ ਵਿੱਚ ਜੋ ਉਹਦਾ ਪਰਾਏ ਪੁਰਸ਼ ਨਾਲ ਸੰਬੰਧ ਸੀ ਉਸਦਾ ਨਾਮ ਲੈ ਦਿੱਤਾ। ਸੋ ਕਬੀਰ ਸੁਪਨੇ ਹੂੰ ਬਰੜਾਇਕ ਹੈ। ਸੁਪਨੇ ਦੇ ਵਿੱਚ ਵੀ ਫਿਰ ਉਹ ਵਾਹਿਗੁਰੂ ਜੀ ਦਾ ਨਾਮ ਇਸ ਤਰੀਕੇ ਦੇ ਨਾਲ ਸੁੱਤੇ ਸਿੱਧ ਹੋਵੇਗਾ। ਸੋ ਇਹ ਕੁਝ ਵਿਚਾਰਾਂ ਸਨ ਕਿ ਇਹ ਜੋ ਜੀਵਨ ਹੈ ਇੰਨਾ ਖਿੰਡਰਿਆ ਹੋਇਆ ਆ, ਵਾਲ ਆਪਾਂ ਖਿਲਾਰੇ ਹੋਏ ਆ, ਤੇ ਇਹ ਸਾਰੇ ਜੀਵਨ ਦੇ ਵਿੱਚ ਵੀ ਉਹ ਕਿਵੇਂ ਉਹ ਪਤੀ ਪਰਮੇਸ਼ਰ ਧੰਨ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਕਿਵੇਂ ਪ੍ਰਸੰਨ ਕਰਨਾ। ਸੋ ਇਸ ਦੇ ਵਿੱਚ ਗੁਰੂ ਸਾਹਿਬ ਜੀ ਇਸ ਲਾਵਾਂ ਦੇ ਪਾਠ ਨੂੰ ਸੋ ਸਮਾਪਤ ਕਰਦੇ ਆ। ਜਨ ਨਾਨਕ ਬੋਲੇ ਚੌਥੀ ਲਾਵੈ, ਹਰਿ ਪਾਇਆ ਪ੍ਰਭ ਅਵਨਾਸੀ। ਮਹਾਰਾਜ ਸਾਹਿਬ ਜਨ ਸ਼ਬਦ ਵਰਤਦੇ ਆ। ਜਨ ਭਾਵ ਸੇਵਕ। ਇਹੋ ਜੀ ਨਿਮਰਤਾ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ, ਉਹੀ ਨਿਮਰਤਾ ਜਿਸ ਦੇ ਨਾਲ ਇੱਕ ਹੱਥ ਨਾਲ ਆਪਣਾ ਦਾੜਾ ਫੜਿਆ ਤੇ ਦੂਜੇ ਦੇ ਨਾਲ ਬਾਬੇ ਸ੍ਰੀ ਚੰਦ ਜੀ ਦੇ ਚਰਨ ਫੜੇ ਕਿ ਮਹਾਰਾਜ ਤੁਹਾਡੇ ਵਰਗੇ ਮਹਾਂਪੁਰਸ਼ਾਂ ਦੇ ਚਰਨ ਪੂੰਝਣ ਵਾਸਤੇ ਸੋ ਮੈਂ ਇਹੋ ਜਿਹਾ ਦਾੜਾ ਵਧਾਇਆ। ਉਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਹਨ ਜੋ ਇੱਕ ਵੇਲੇ ਸੋ ਘੁੰਗੜੀਆਂ ਵੇਚਦੇ ਸਨ ਭਾਈ ਜੇਠੇ ਦੇ ਰੂਪ ਦੇ ਵਿੱਚ ਆਪਣੇ ਬਚਪਨ ਦੇ ਵਿੱਚ, ਤੇ ਹੁਣ ਸੋਨੇ ਦਾ ਮੰਦਰ ਤੇ ਉੱਪਰ ਛਤਰ ਝੁੱਲ ਰਿਹਾ ਆ ਔਰ ਉਹ ਸੱਚਖੰਡ ਹਰਿਮੰਦਰ ਸਾਹਿਬ ਜੀ ਦੇ ਉੱਪਰ ਲਿਖਿਆ ਆ ਧੰਨ ਧੰਨ ਰਾਮਦਾਸ ਗੁਰ। ਐਸੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ, ਗੁਰੂ ਨਾਨਕ ਦੇਵ ਸਾਹਿਬ ਜੀ ਦੀ ਚੌਥੀ ਜੋਤ। ਇੱਕ ਵਿਚਾਰ ਹੈ, ਬਾਬਾ ਸ਼ਾਮ ਸਿੰਘ ਸਾਹਿਬ ਜੀ ਸੇਵਾ ਪੰਥੀ ਹੋਏ ਆ। 70 ਤੋਂ ਵੱਧ ਸਾਲ ਉਹਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਲਾਇਆ, ਨਿਸ਼ਕਾਮ, ਉਹ ਵੀ ਬਿਨਾਂ ਮਾਇਆ ਤੋਂ। ਉਹਨਾਂ ਦੀ ਉਮਰ ਬਹੁਤ ਜ਼ਿਆਦਾ ਲੰਮੀ ਹੋਈ ਹੈ। ਜਿਹੜੀ 1923 ਵਿੱਚ ਹਰਿਮੰਦਰ ਸਾਹਿਬ ਜੀ ਦੀ ਕਾਰ ਸੇਵਾ ਹੋਈ, ਉਸ ਦੇ ਵਿੱਚ ਉਹ ਮਹਾਂਪੁਰਸ਼ਾਂ ਨੂੰ ਘਨੇੜੀ ਚੱਕ ਕੇ ਗੁਰਸਿੱਖਾਂ ਨੇ ਪੰਜਾਂ ਪਿਆਰਿਆਂ ਦੀ ਸੇਵਾ ਵਿੱਚ ਲਾਇਆ ਸੀ। ਉਹ ਬਾਬਾ ਸ਼ਾਮ ਸਿੰਘ ਗੁਰੂ ਰਾਮਦਾਸ ਸਾਹਿਬ ਜੀ ਦਾ ਇਤਿਹਾਸ ਸੋ ਇੱਕ ਬੜਾ ਪ੍ਰਕਰਨ ਬਣਦੇ ਆਪਣੇ ਗ੍ਰੰਥ ਜੋ ਉਹਨਾਂ ਨੇ ਹੱਥੀਂ ਲਿਖਿਆ ਸੀ। ਉਹਦੇ ਵਿੱਚ ਉਹਨਾਂ ਦੇ ਜੋ ਵਿਦਿਆ ਦਾਤੇ ਸਨ, ਉਹਨਾਂ ਪਾਸ ਸੰਗਤ ਆਈ ਤਾਂ ਪੁੱਛਦੀ ਆ ਕਿ ਬਾਕੀ
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਵੀ ਸਾਨੂੰ ਥੋੜਾ ਇਤਿਹਾਸ ਪਤਾ ਕਿ ਪਹਿਲੋਂ ਦੁਸ਼ਦਮਨ ਸਰੂਪ ਵਿੱਚ ਸਨ, ਕਿ ਅਸੀਂ ਅੰਮ੍ਰਿਤਸਰ ਦੇ ਰਹਿਣ ਵਾਲੇ ਆ। ਸਾਨੂੰ ਕੁਛ ਕੁ ਦੱਸੋ ਕਿ ਗੁਰੂ ਰਾਮਦਾਸ ਸਾਹਿਬ ਜੀ ਦਾ ਇਹਨਾਂ ਦਾ ਨਾਮ ਕਿਉਂ ਰਾਮਦਾਸ ਬਣਿਆ? ਇਹ ਤਾਂ ਰਾਜੇ ਸਨ, ਤੇ ਉਸ ਗੁਰਸਿੱਖ ਨੇ ਆਪਣੇ ਅਨੁਭਵ, ਆਪਣੇ ਅਭਿਆਸ ਦੁਆਰਾ, ਇਹ ਜਿਵੇਂ ਬਾਬਾ ਜੀ ਨੇ ਪੋਥੀ ਵਿੱਚ ਲਿਖਿਆ, ਮੈਂ ਆਪ ਜੀ ਨੂੰ ਸੁਣਾਉਣ ਲੱਗਾ, ਕਿ ਉਹ ਕਹਿੰਦੇ ਆ ਕਿ ਰਾਮਚੰਦਰ ਦਾ ਜਦੋਂ ਅਵਤਾਰ ਹੋਇਆ ਤੇ ਉਸ ਵੇਲੇ ਸੋ ਆਪਾਂ ਨੂੰ ਸਾਰਾ ਪਤਾ ਹੀ ਆ ਕਿ ਕਿਵੇਂ ਉਹਨੂੰ ਦੁੱਖ ਹੋਇਆ ਜਦੋਂ ਸੀਤਾ ਤੋਂ ਵਿਛੋੜਾ ਆਦਿਕ ਹੋ ਗਿਆ। ਅਮਰਾਵਤੀ ਆਦਿਕ ਜੰਗਲਾਂ ਦੇ ਵਿੱਚ ਉਹ ਭਟਕਿਆ ਬਾਰ-ਬਾਰ ਕਿ ਮੈਂ ਇਹਨੂੰ ਮੁੜ ਕੇ ਕਿਸੇ ਤਰੀਕੇ ਦੇ ਨਾਲ ਵੀ ਲੰਕਾ ਤੇ ਧਾਵਾ ਬੋਲੀਏ, ਸੀਤਾ ਜੀ ਨੂੰ ਲੈ ਆਈਏ। ਤੇ ਉਹ ਸਾਰੇ ਦੇ ਵਿੱਚ ਜੰਗਲ ਵਿੱਚ ਕੌਣ ਰਹਿੰਦਾ? ਰਹਿੰਦੇ ਫਕੀਰ ਪਰਮੇਸ਼ਰ ਦੇ। ਤੇ ਉਹਨਾਂ ਨੂੰ ਜਦੋਂ ਵੇਖਦਾ ਉਹ ਬੜੇ ਖੁਸ਼ ਤੇ ਆਪ ਉਹ ਬੜਾ ਦੁਖੀ। ਉਹ ਪੁੱਛੇ ਤੁਸੀਂ ਕਿਵੇਂ ਖੁਸ਼? ਉਹ ਕਹਿਣਾ ਸੀ ਰਾਮ ਦਾ ਨਾਮ ਲੈ ਕਰਕੇ ਅਤ ਪ੍ਰਸੰਨ ਆ। ਉਹਨੇ ਮਨ ਵਿੱਚ ਸੋਚਿਆ ਮੈਂ ਅਵਤਾਰ ਆ, ਮੈਂ ਰਾਮਚੰਦਰ ਆ, ਤੇ ਮੈਂ ਕਿਉਂ ਨਹੀਂ ਸੁਖੀ? ਫਿਰ ਉਹਦੇ ਮਨ ਵਿੱਚ ਵਿਚਾਰ ਆਈ ਜਿਹੜਾ ਇਹ ਚੰਦਰਮਾ, ਇਹਦੇ ਵਿੱਚ ਤਾਂ ਬੜੇ ਦੋਸ਼ ਆ, ਇਹਦੇ ਤੇ ਤਾਂ ਕਲੰਕ ਲੱਗਿਆ ਹੋਇਆ ਆ, ਇਹਨੇ ਤਾਂ ਆਪਣੇ ਗੁਰੂ ਦੀ ਪਤਨੀ ਨੂੰ ਵੀ ਨਹੀਂ ਬਖਸ਼ਿਆ, ਆਦਿਕ ਚੀਜ਼ਾਂ ਸੋਚੀਆਂ। ਫਿਰ ਉਹਨੇ ਅਰਦਾਸ ਕੀਤੀ ਕਿ ਨਿਰੰਕਾਰ ਜੇ ਆਪ ਜੀ ਦੀ ਜੋਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਉਣਾ ਆ ਸੰਸਾਰ ਤੇ ਅਗਲੇ ਯੁਗਾਂ ਦੇ ਵਿੱਚ, ਪੂਰਨ ਰੂਪ ਵਿੱਚ ਤੁਸੀਂ ਆਉਂਗੇ, ਤੇ ਉਸ ਵੇਲੇ ਇੱਕ ਇਹੋ ਜਿਹਾ ਅਵਤਾਰ ਆਪਣਾ ਬਣਾਇਓ ਜਿਸ ਦਾ ਨਾਮ ਹੋਵੇ ਰਾਮਦਾਸ, ਜੋ ਪਰਮੇਸ਼ਰ ਰਾਮ ਦੇ ਨਾਮ ਦਾ ਦਾਸ ਹੋਵੇ। ਇਹੋ ਜਿਹੀ ਵਿਚਾਰ ਉਹ ਬਾਬਾ ਸ਼ਾਮ ਸਿੰਘ ਜੀ ਹੁਣਾਂ ਨੇ ਲਿਖੀ ਆ। ਸੋ ਉਹ ਚੌਥੇ ਸਰੂਪ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ, ਸ੍ਰੀ ਗੁਰੂ ਨਾਨਕ ਦੇਵ ਜੀ ਦੇ, ਉਹ ਕਹਿੰਦੇ ਆ ਜਨ ਨਾਨਕ ਬੋਲੇ ਚੌਥੀ ਲਾਵੈ, ਹਰ ਪਾਇਆ ਪ੍ਰਭ ਅਵਨਾਸੀ। ਉਹ ਪਰਮੇਸ਼ਰ ਹੀ ਆ ਸੰਸਾਰ ਦੇ ਵਿੱਚ ਜਿਹਦਾ ਕੋਈ ਵਿਨਾਸ਼ ਨਹੀਂ, that will not be destroyed. Everything else in this world, it will be destroyed, it will be subdued. But that परमेश्वर ही will never change. जमीन जमान के बीच समस्त एक जोत है, ना घाट है ना बाढ़ है, ना घाट बाढ़ होता है। ਇਹੋ ਜਿਹਾ ਅਵਿਨਾਸੀ ਪੁਰਸ਼ ਉਹ ਪਰਮੇਸ਼ਰ, ਉਹਦੇ ਨਾਲ ਸਾਨੂੰ ਮਿਲਾਪ ਹੋਇਆ। ਹਰ ਪਾਇਆ ਪ੍ਰਭ, ਉਹ ਪ੍ਰਭਤਾ ਦੇ ਸਹਿਤ ਜਿਹਦਾ ਜਸ ਵੇਦਾਂ ਪੁਰਾਣਾ ਆਦਿਕ ਕੁਰਾਨ ਅੰਜੀਲ ਜਿੰਨੇ ਵੀ ਧਾਰਮਿਕ ਗ੍ਰੰਥ ਆ ਉਹਨਾਂ ਸਾਰਿਆਂ ਨੇ ਗਾਇਆ। Every spiritual path has sung the praise of Akal Purkh Vaheguru. So that Prabh Vaheguru is indestructible. He will never be destroyed. So ਇੱਥੇ ਸੋ ਚਾਰ ਲਾਵਾਂ ਦੀ ਵਿਚਾਰ ਜੋ ਕਥਾ ਹੈ ਉਹ ਸੰਪੂਰਨ ਹੋਈ ਆ। ਸੋ ਬੋਲਦਿਆਂ ਅਨੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਤਾਂ ਸ਼ਬਦ ਜੇ ਦਾ ਸੰਕੇਤਕ ਆ। ਇਹ ਤਾਂ ਕੋਈ ਸੋ ਸੰਦੇਹ ਵਾਲੀ ਗੱਲ ਹੀ ਨਹੀਂ ਕਿ ਗੁਰਬਾਣੀ ਸਰਬੱਗ ਹੈ। ਸਤਿਗੁਰੂ ਸਾਹਿਬ ਜੀ ਸਰਬੱਗ ਭਾਵ ਸਰਬ ਗਿਆਤਾ, ਤੇ ਅਸੀਂ ਜੀਵ ਅਲਪੱਗ ਹਾਂ। ਅਲਪ ਗਿਆਤੇ ਭਾਵ ਸਾਡੀ ਬੜੀ ਕੋਈ ਦੂਰਅੰਦੇਸ਼ੀ ਨਹੀਂ, ਬਹੁਤ ਸੋ ਲਾਗੇ ਦੀ ਸੋਚਣ ਵਾਲੇ ਅਨੇਕ ਔਗਣਾਂ ਦੇ ਭਰੇ ਹੋਏ ਆ। ਪਰ ਉਹ ਮਾਲਿਕ ਫੇਰ ਵੀ ਉਹ ਸਾਰਾ ਕੁਛ ਦਿੰਦੇ ਹੋਏ ਵੀ ਸਾਡੀ ਰੋਜੀ ਨਹੀਂ ਰੋਕਦਾ, ਔਗਣ ਕੋ ਨਾ ਚਿਤਾਰਦਾ, ਗਲਸੇਤੀ ਲਾਇਕ। ਇਹੋ ਜਿਹਾ ਮਹਾਰਾਜ ਸਾਹਿਬ ਕਿਰਪਾ ਕਰਨ ਤੇ ਸਾਨੂੰ ਆਪਣੇ ਨਾਲ ਵੀ ਜੋ ਇਹ ਅਵਸਥਾ ਕਥਨ ਕੀਤੀਆਂ, ਸਾਨੂੰ ਇਹਨਾਂ ਦਾ ਸੋ ਗਰੀਬ ਨਵਾਜੀ ਅਸਰ ਅਮਲ ਬਖਸ਼ਣ। ਹੋਈਆਂ ਸਮੂਹ ਭੁੱਲਾਂ ਗਲਤੀਆਂ ਅਣਜਾਣ ਬੱਚੇ ਸਮਝ ਕਰਕੇ ਖਿਮਾ ਕਰ ਲੈਣੀਆਂ। ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਜੀ। ਹਰ ਪ੍ਰਭ ਠਾਕਰ ਕਾਜ ਰਚਾਇਆ, ਤਨ ਹਿਰਦੈ ਨਾਮ ਵਿਗਾਸੀ।